ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਾਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਦਰਭਾਸ ਨਾ ਭਰਿਆ ਰੇ। ਸਤਨਾਮ ਸਹਿ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਪਹਿਲਾ ਸਹਿਜ ਮਿਲਿਆ ਪਰਵਾਨ। ਨਾ ਤਿਸ ਮਰਨ ਨਾ ਆਵਨ ਜਾਣ। ਠਾਕੁਰ ਮੈਂ ਦਾਸ ਮੈਂ ਸੋਏ। ਜੈ ਦੇਖਾ ਤੈ ਅਵਰ ਨਾ ਕੋਈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਨਮਾਨ ਜੀਓ ਤਨਾਸਰੀ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਰਾਗ ਦੇ ਵਿੱਚ ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਦੁਪਦੇ ਚੌਪਦੇ ਇਹ ਸ਼ਬਦ ਸਰਵਣ ਕੀਤੇ ਨੇ। ਹੁਣ ਅਸ਼ਟਪਦੀਆਂ ਦੀ ਲੜੀ ਆਪਾਂ ਕੱਲ ਆਰੰਭ ਕੀਤੀ ਸੀ। ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕੱਲ ਸਰਵਣ ਕੀਤਾ ਸੀ, ਜਿਸ ਦੇ ਵਿੱਚ ਅੰਦਰ ਦੀ ਪਸਾਰੇ ਵਾਲੀ ਬਿਰਤੀ ਜਿਸ ਬਿਰਤੀ ਦੇ ਵਿੱਚ ਸੰਗਤ ਕਿਸੇ ਵਿਰਲੇ ਦਾ ਮਨ ਜੁੜਦਾ ਹੈ ਤੇ ਉਹਦੇ ਅੰਦਰ ਉਹਦੀ ਹੋਂਦ ਭਾਵ ਉਹਦੀ ਮੈਂ ਖਤਮ ਹੁੰਦੀ ਔਰ ਕਾਮੁਕ ਬਿਰਤੀਆਂ ਤੋਂ ਛੁਟਕਾਰਾ ਮਿਲਦਾ ਹੈ। ਅੱਜ ਦੇ ਸ਼ਬਦ ਦੀ ਜਿਹੜੀ ਆਰੰਭਤਾ ਹੈ, ਇਸ ਸ਼ਬਦ ਦੀ ਆਰੰਭਤਾ ਕਰਨ ਤੋਂ ਪਹਿਲਾਂ ਦੋ ਕੁ ਬੇਨਤੀਆਂ ਆਪ ਸੰਗਤਾਂ ਦੇ ਸਨਮੁਖ ਮੈਂ ਜ਼ਰੂਰ ਰੱਖਾਂਗਾ। ਇੱਕ ਤੇ ਇਸ ਸ਼ਬਦ ਦੇ ਵਿੱਚ ਬਾਹਰ ਦੀਆਂ ਜਿੰਨੀਆਂ ਸਿਆਣਪਾਂ ਚਲਾਕੀਆਂ ਚਤਰਾਈਆਂ ਬਾਹਰ ਦੇ ਪੜੇ ਹੋਏ ਅੱਜ ਦੇ ਸਮੇਂ ਦੇ ਵਿੱਚ ਆਪਾਂ ਜਿੰਨੇ ਜ਼ਿਆਦਾ ਪੜ ਜਾਂਦੇ ਆ, ਸੱਚਾਈ ਇਹ ਹੈ ਉਹਨੇ ਜ਼ਿਆਦਾ ਅੰਦਰੋਂ ਸਖਤ ਤੇ ਕੁਰਖਤ ਹੋ ਜਾਂਦੀ। ਸ਼ਰਧਾ ਸਾਡੀ ਘਟ ਜਾਂਦੀ ਹੈ, ਭਾਵਨਾ ਘਟ ਜਾਂਦੀ ਹੈ, ਬਹੁਤ ਤਰਕ ਵਿਤਰਕ ਦੇ ਵਿੱਚ ਅਸੀਂ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੰਦੇ। ਉਸ ਪ੍ਰਥਾਈ ਅੱਜ ਦਾ ਸ਼ਬਦ ਹੈ, ਖਾਸ ਕਰਕੇ ਸਾਡੀ ਅੱਜ ਦੀ ਯੰਗ ਜਨਰੇਸ਼ਨ ਵਾਸਤੇ ਵੀ ਇੱਕ ਮੈਸੇਜ ਹੈ। ਸਤਿਗੁਰੂ ਜੀ ਮਿਹਰ ਕਰਨ। ਆਪ ਜਿਨੇ ਗੁਰਦਰਬਾਰ ਦੇ ਵਿੱਚ ਮੌਜੂਦ ਹੋ, ਕਰੋ ਜੀ ਰਸਨਾ ਪਵਿੱਤਰ। ਕੋਈ ਵੀ ਰਸਨਾ ਵਿਰਵੀ ਨਾ ਰਹੇ, ਜਿਨੇ ਘਰ ਬੈਠੇ ਸਰਵਣ ਕਰ ਰਹੇ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ। ਸਹਿਜ ਮਿਲਿਆ ਪ੍ਰਵਾਨ। ਜਿਹੜਾ ਵੀ ਕੋਈ ਇਸ ਧਰਮ ਦੇ ਮਾਰਗ ਤੇ ਤੁਰਦਾ ਹੈ, ਚੱਲਦਾ ਹੈ, ਉਹ ਆਪਣੇ ਯਤਨ ਦੇ ਨਾਲ ਨਹੀਂ ਮਿਲ ਸਕਦਾ। ਇਸ ਰੂਪ ਦੇ ਵਿੱਚ ਆਪਨੜਾ ਘਰ ਹਰ ਰੰਗੋ। ਆਪਣੇ ਘਰ ਦੇ ਵਿੱਚ ਪ੍ਰਭੂ ਦਾ ਰੰਗ ਮਾਨਣ ਵਾਸਤੇ ਹੁਜਤ ਨਹੀਂ ਚਲਦੀ। ਸਤਿਗੁਰੂ ਜੀ ਕਹਿੰਦੇ ਹੈ ਇਸ ਮਾਰਗ ਤੇ ਕੋਈ ਵਿਰਲਾ ਹੈ ਜਿਹੜਾ ਸਹਿਜ ਰੂਪ ਦੇ ਵਿੱਚ ਟੁਰਿਆ। ਉਹੀ ਪ੍ਰਵਾਨ ਹੈ, ਸਹਿਜ ਦਾ ਭਾਵ ਹੈ ਜਿਸ ਰੂਪ ਦੇ ਵਿੱਚ ਪ੍ਰਭੂ ਦਾ ਭਾਣਾ ਹੈ। ਉਸ ਭਾਣੇ ਨੂੰ ਮੰਨ ਕੇ ਸਿੱਖ ਜ਼ਿੰਦਗੀ ਬਤੀਤ ਕਰੇ। ਨਾ ਤੇ ਸਮਰਨ ਆਵਣ ਜਾਣਨਾ ਮਰਨਾ ਤੇ ਨਾ ਆਉਣਾ ਤੇ ਜਾਣਾ। ਠਾਕੁਰ ਮਹਿ ਦਾਸ ਮਹਿ ਸੋਏ। ਫਿਰ ਇਸ ਰੂਪ ਦੇ ਵਿੱਚ ਸਰਵਰ ਮੈਂ ਹੰਸ ਮਹਿ ਸਾਗਰ ਪੜਿਆ। ਕੱਲ ਹੀ ਪੜ ਕੇ ਆਇਆ।
ਗੱਲ ਹੀ ਪੜ ਕੇ ਜਿਹੜਾ ਹੰਸ ਬਣ ਗਿਆ, ਜਿਹੜਾ ਹੰਸ ਬਣ ਗਿਆ ਉਹਦੇ ਅੰਦਰ ਗਿਆਨ ਤੇ ਗੁਣ ਆ ਗਏ, ਗਿਆਨ ਤੇ ਗੁਣ ਆ ਗਏ, ਤੇ ਜਿਹੜਾ ਉਹਦਾ ਚੇਤਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਰਹਿੰਦਾ ਹੈ। ਇਸ ਰੂਪ ਦੇ ਵਿੱਚ ਉਸ ਠਾਕੁਰ ਚੇਤਾ ਉਸ ਦਾਸ ਦੇ ਅੰਦਰ ਰਹਿੰਦਾ ਹੈ। ਠਾਕੁਰ ਮਹਿਦਾਸ ਦਾਸ ਮਹਿ सोए पाव की वो प्रभु रहंदा जय देखा तह अवर ना कोई दूजा भी उस तो वड्डा नहीं दिसदा जी। गुरमुख भगत सहज कर पाइए, बिन गुर पेटे मर आइए जाइए। रहाओ दी तुकाने जी गुरु दे सन्मुख बैठ के की हुई सहज घर भाव टिका देंदी है। नहीं ते जिने भी कर्म धर्म पाखंड जो दिसै तिन जम जागाती लूट है ए हौमै पैदा कर। गुरु दे सन्मुख ही कर पाइए सहज दी प्राप्ति है। मर आइए जाइए गुरु तो बिना आवन जावन दे विच बहुत दुख है जी। गुर करो जे साच जड़ावे, कथ शब्द मिलावे, हर के लोग अवर नहीं कारा, साचो ठाकुर साच प्यारा। ओ गुर करो जो सच दे नाल बिल्कुल सन्मुख रूबरू कर। ऐसा गुरु करो कि इक्को वारी दर्शन कीतियां ए नहीं कि बहुत दूर दी खेड होए, परां तो परां दी खेड ना जी ना। करो जे साच जड़ावे, जेड़ा सच्चा सीधा ही दृढ़ करा दे। शब्द मिलावे जेड़ा कथिया नहीं जा सकदा ਉਹਨੂੰ ਕਥਨ ਕਰ ਸਕੀਏ। ਉਹ ਜਿਗਿਆਸੂ ਰੂਪ ਭਗਤ ਰੂਪ ਅਸੀਂ ਉਸ ਰੂਪ ਦੇ ਵਿੱਚ ਸਮਝ ਸਕੀਏ। ਤੇ ਫਿਰ ਮਿਲੇਗਾ ਕਿਵੇਂ? ਸ਼ਬਦ ਮਿਲਾਵੇ। ਗੁਰੂ ਨੇ ਜਿਹੜਾ ਇਹ ਅਗਮੀ ਬਾਣੀ ਦਾ ਸੱਚ ਦਿੱਤਾ ਹੈ, ਇਹ ਪ੍ਰਭੂ ਦਾ ਮਿਲਾਪ ਕਰਾਏਗਾ। ਹਰ ਕੇ ਲੋਗ ਅਵਰ ਨਹੀਂ ਕਾਰਾ। ਫਿਰ ਉਹਨਾਂ ਹਰ ਕੇ ਲੋਗ ਦਾ ਮਤਲਬ ਹੈ ਪ੍ਰਭੂ ਦੇ ਭਗਤਾਂ ਦਾ ਕੋਈ ਹੋਰ ਕਾਰਜ ਭਾਵ ਠੌਰੀਆਂ ਕਰਮਕਾਂਡ ਬਾਹਰ ਦਿਸਦੇ ਪਸਾਰੇ ਉਹ ਨਹੀਂ ਰਹਿੰਦੇ। ਸਾਚੋ ਠਾਕੁਰ साच प्यारा, जिस तरह ठाकुर है उस तरह ही सच्चे प्रभु दा प्यार उन्हां भगतां नूं चंगा लगदा है। तन में मन में साचा सो मिल साचे सेवक प्रभ के पाए सतगुर पूरा मिलाए। सतगुर जी कहंदे तन मह मनुआ कोई बिरला ही समझ सकता है जी। नहीं ते साडा सारियां दा हाजिर है, मन हाजिर नहीं है, पर मन हाजिर नहीं है। कोई बिरला है जिदा तन दे विच मन भी हाजिर है। उन्हें पता है कि जे तन दे विच मन हाजिर होएगा तां गुण प्रवान है, तां गुण पढ़िया सुनिया दरगाह प्रवान। तन मह मन टिक गया तन दे विच और फिर उस मन दे विच की है होर विकार होर फिरने नहीं ने। मन में साचा ਉਹਦੇ ਮਨ ਦੇ ਵਿੱਚ ਸੱਚੇ ਪ੍ਰਭੂ ਦਾ ਨਾਮ ਹੈ। ਸੋ ਸਾਚਾ ਮਿਲ ਸਾਚੇ ਰਾਚਾ, ਉਸ ਸਾਚੇ ਨੂੰ ਮਿਲ ਕੇ ਸਾਚੇ ਨੂੰ ਧਿਆ ਕੇ ਸੱਚ ਦਾ ਰੂਪ ਹੋ ਜਾਂਦਾ ਹੈ ਜੀ। ਸੇਵਕ ਪ੍ਰਭ ਕੈ ਲਾਗੈ ਪਾਏ, ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੇ ਜੀ। ਪ੍ਰਭੂ ਦਾ ਨਾਮ ਧਿਆ ਕੇ ਸਤਿਗੁਰ ਮਿਲਾਏ ਉਹਨਾਂ ਨੂੰ ਗੁਰੂ ਦਾ ਮਿਲਾਪ ਕਰਾ ਦਿੰਦਾ ਹੈ। ਆਪ ਦਿਖਾਵੇ देखै हट ना बतीजै ना बहु पेख घर भांडे जिने अमृत पाए प्रेम भगत प्रभ मन पति आया। जे प्रभु हिरदे विच वस जाए ते उस जीवन दी गाली वखरी हो जाती है। वखरी इस रूप च हो जाती है। पहला ते असी बहुत आल जंजाल वाली बिरती दे विच जिंदगी बतीत करते हैं। और जद उस प्रभु दी कृपा हुंदी है ते फिर समझ आ जांदा है भाई जेड़े असी कर्म करदे आए हैं ना, इन्हें सानू तिल जिड्डा भी मान नहीं दिता धर्म दे मार्ग। सिर्फ मैं और मैं ही हावी रही साडी। हुण इस रूप दे विच
ਰੂਪ ਦੇ ਵਿੱਚ ਸੇਵਕ ਕੀ ਅਰਦਾਸ ਹੁਣ ਪਿਆਰੇ। ਸੇਵਕ ਅਰਦਾਸ ਸੇਵਕ ਅਰਦਾਸ ਇਸ ਰੂਪ ਦੇ ਵਿੱਚ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਵਡਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ। ਇਹ ਵਡਿਆਈ ਉਹਨੂੰ ਪਤਾ ਲੱਗਦੀ ਹੈ ਕਿ ਉਹ ਪ੍ਰਭੂ ਆਪ ਹੀ ਆਪਣੇ ਦਰਸ਼ਨ ਦਿਖਾਉਣ ਵਾਲਾ ਹੈ, ਆਪ ਹੀ ਸਾਰਾ ਕੁਝ ਸਾਡੇ ਅੰਦਰ ਬੈਠ ਕੇ ਵੇਖ ਰਿਹਾ ਹੈ। ਦੋ ਚੀਜ਼ਾਂ ਨੇ ਜੀ, ਇੱਕ ਹਉਮੈ ਖਤਮ ਹੁੰਦੀ ਹੈ, ਦੂਸਰਾ ਪਾਪ ਪਤਾ ਲੱਗ ਜਾਂਦਾ ਹੈ। ਦਾਨਾ ਬੀਨਾ ਸਾਈਂ ਦਾਤ ਵੀ ਦੇਣ ਵਾਲਾ ਤੇ ਦੇਖਣ ਵਾਲਾ ਵੀ ਹੈ। ਇਹ ਹੈ ਜੀ ਆਪ ਦਿਖਾਵੇ ਆਪੇ ਦੇਖੈ ਹੱਠ ਨਾ ਭਤੀਜੈ ਨਾ ਬਹੋ ਬੜੇ ਹੱਟ ਜੋ ਕਰ ਲੈ ਉਥੋਂ ਵੀ ਨਹੀਂ ਭਤੀਜਾ ਗਿਆ, ਭੇਖ ਵੀ ਕਰ ਲਿਆ ਤਾਂ ਵੀ ਨਹੀਂ ਭਤੀਜਾ ਗਿਆ। ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਜਿਨੇ ਇਹ ਸਰੀਰ ਰੂਪੀ ਭਾਂਡਾ ਕਰਕੇ ਨਾਮ ਦੀ ਦਾਤ ਪਾ ਦਿੱਤੀ, ਪ੍ਰੇਮ ਭਗਤ ਪ੍ਰਭ ਮਨ ਪਤਿਆਇਆ। ਸਭ ਤੋਂ ਵੱਡੀ ਚੀਜ਼ ਹੀ ਪ੍ਰੇਮਾ ਭਗਤੀ ਹੈ। ਨਹੀਂ ਪੈਦਾ ਹੋਇਆ ਪ੍ਰਭੂ ਦਾ ਮਨ ਭਤੀਜਾ ਨਹੀਂ ਜਾਏਗਾ। ਪੜ ਝੋਟਾ ਖਾਹੇ ਬਹੁਤ ਸਿਆਣਪ ਆਵੇ ਜਾਏ ਨਾਮ ਜਪੈ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ। ਉਹ ਪੜ ਕੇ ਭੁੱਲਦੇ ਨੇ ਜਿਹੜੇ ਬਾਹਰੀ ਰੂਪ ਦੇ ਵਿੱਚ ਪ੍ਰਭੂ ਤੋਂ ਟੁੱਟ ਜਾਂਦੇ ਆ। ਅੱਜ ਦੀ ਜਿਹੜੀ ਬਾਹਰ ਦੀ ਵਿਕਾਰੀ ਬਿਰਤੀ ਵਾਲੀ ਪੜ੍ਹਾਈ ਹੈ ਜਿਹੜੀ ਬਾਹਰ ਦੀ ਕੈਪੀਟਲਿਸਟਿਕ ਸਟੱਡੀਜ਼ ਮਹਾਰਾਜ ਉਹਨੂੰ ਹੀ ਉਪਦੇਸ਼ ਵੈਸੇ ਤੇ ਇਹ ਉਪਦੇਸ਼ ਕੱਲਾ ਵੇਦਾਂ ਗ੍ਰੰਥਾਂ ਦੇ ਪਾਠਾਂ ਤੱਕ ਸੀਮਿਤ ਸੀ ਪਹਿਲੇ ਦੇ ਵਿੱਚ ਜੇ ਆਪਾਂ ਸੰਪਰਦਾਇ ਟੀਕਿਆਂ ਦੇ ਅਰਥ ਪਰ ਸੱਚੀ ਮੁੱਚੀ ਅੱਜ ਦੀ ਪੜ੍ਹਾਈ ਦੇ ਵਿੱਚ ਵੀ ਜੇ ਦੇਖੀਏ ਅਸੀਂ ਜਿਹੜੀਆਂ ਪੜ੍ਹਾਈਆਂ ਦੀ ਡਿਗਰੀਆਂ ਦੀ ਮਾਣਮੱਤੀ ਅਸੀਂ ਆਪਣੀ ਬਿਰਤੀ ਲਈ ਫਿਰਦੇ ਹਾਂ, ਉਹਦੇ ਵਿੱਚ ਸੱਚੀ ਮੁੱਚੀ ਸਾਨੂੰ ਰੱਬ ਵਿਸਰ ਗਿਆ ਜੀ ਸਾਡੇ ਸਾਰੇ। ਅੱਜ ਇੱਕ ਡਾਕਟਰ ਆਪਣੀ ਸੱਚੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਗਏ। ਇੱਕ ਵਕੀਲ ਸੱਚ ਝੂਠ ਦੇ ਵਿੱਚ ਸੱਚੀ ਗੱਲ ਹੈ ਐਥਿਕਸ ਸਾਡੀ ਸੋਸਾਇਟੀ ਤੋਂ ਗਵਾਚ ਗਈ ਹੈ। ਕੈਪੀਟਲਿਸਟਿਕ ਸੋਸਾਇਟੀ ਦਾ ਇਹ ਸਭ ਖਤਰਨਾਕ ਸੱਚ ਹੈ। ਪੜ ਭੁੱਲੇ ਹੈ ਚੋਟਾ ਖਾਏ ਸੱਟਾਂ ਵੱਜਦੀਆਂ ਜੀ ਬੰਦਾ ਪਰੇਸ਼ਾਨ ਬਹੁਤ ਸਿਆਣਪ ਆਵੇ ਜਾਹੇ। ਬਹੁਤੀਆਂ ਸਿਆਣਪਾਂ ਜਿਹੜੀਆਂ ਹੁੰਦੀਆਂ ਨੇ ਉਹ ਬੰਦਿਆਂ ਨੂੰ ਸੱਟਾਂ ਮਾਰਦੀਆਂ ਨੇ, ਉਹ ਬੰਦਿਆਂ ਨੂੰ ਹਉਮੈ ਦੇ ਵਿੱਚ ਹੀ ਗਰਕ ਕਰ ਦਿੰਦੀਆਂ ਨੇ। ਸਾਹਿਬ ਜੀ ਕਹਿੰਦੇ ਨਾਮ ਜਪੈ ਭਾਉ ਭੋਜਨ ਖਾਏ। ਜਿਹੜਾ ਨਾਮ ਜਪਦਾ ਹੈ ਉਹ ਗੁਰੂ ਦਾ ਭਾਉ ਪ੍ਰਾਪਤ ਕਰਦਾ ਹੈ, ਗੁਰੂ ਦਾ ਉਹ ਇੱਕ ਅਵਸਥਾ ਐਸੀ ਪ੍ਰਾਪਤ ਕਰਦਾ ਹੈ ਜਿਸ ਅਵਸਥਾ ਦੇ ਵਿੱਚ ਗੁਰੂ ਉਸ 'ਤੇ ਤਰਸਦਾ ਹੈ। ਉਹਦੇ ਅੰਦਰ ਭਾਉ ਭੋਜਨ ਦੀ ਇੱਕ ਬਖਸ਼ਿਸ਼ ਮਿਲਦੀ ਹੈ। ਨਾਮ ਜਪੈ ਭਾਉ ਭੋਜਨ ਖਾਏ। ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਪ੍ਰਭੂ ਦੇ ਡਰ ਅਦਬ ਨੂੰ ਆਪਣੀ ਆਤਮਾ ਦੀ ਖੁਰਾਕ ਬਣਾਉਂਦਾ ਹੈ। ਗੁਰਮੁਖ ਸੇਵਕ ਰਹੇ ਸਮਾਏ। ਸੇਵਕ ਉਹੀ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਜੀ। ਪੂਜ ਸਿਲਾ ਤੀਰਥ ਬਨਵਾਸਾ ਪਰਮਤ ਡੋਲਤ ਭਏ ਉਦਾਸਾ। ਮਨ ਮੈਲੈ ਸੂਚਾ ਕਿਉ ਹੋਏ ਸਾਚ ਮਿਲੈ ਪਾਵੈ ਪਤ ਸੋਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹ ਬਾਰੰਬਾਰ ਸਮਝਾਉਂਦੀ ਹੈ ਪੂਜ ਸਿਲਾ ਤੀਰਥ ਬਨਵਾਸਾ, ਕਿ ਮਨੁੱਖ ਅੰਦਰ ਹਿਰਦੇ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਨਹੀਂ ਕਰਦੇ, ਬਸ ਬਾਹਰੋਂ ਹੀ ਸਿਲਾ ਨੂੰ ਪੂਜਦੇ, ਪੱਥਰ ਨੂੰ ਪੂਜਦੇ ਹੈ, ਤੀਰਥਾਂ ਦੇ ਇਸ਼ਨਾਨ ਕਰਦੇ ਆ, ਪਰ ਮਨ ਦੀ ਪਵਿੱਤਰਤਾ ਵੱਲ ਕੋਈ ਨਹੀਂ ਜਾਂਦਾ। ਬਨਵਾਸਾ ਤੇ ਜੰਗਲਾਂ ਵੱਲ ਜਾਂਦੇ ਤੇ ਸਤਿਗੁਰੂ ਜੀ ਕਹਿੰਦੇ ਹੈ ਬਾਹਰ ਕੁਛ ਨਹੀਂ ਮਿਲਣਾ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਪਹੁਪ ਮਦ ਜਿਉ ਬਾਸ ਬਸਤ ਹੈ ਮੁੱਕਰ ਮਾਏ ਤੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਪਾਈ। ਉਹ ਅੰਦਰ ਹੀ ਵਸਦਾ ਹੈ। ਭਰਮਤ ਡੋਲਤ ਪਏ ਉਦਾਸਾ, ਤਿਆਗੀ ਬਣ ਕੇ ਥਾਂ ਥਾਂ ਭਟਕਦੇ ਫਿਰਦੇ ਨੇ ਲੋਕ। ਤੇ ਸਤਿਗੁਰੂ ਜੀ ਕਹਿੰਦੇ ਹੈ ਇਹਨਾਂ ਕਰਮਾਂ ਨੂੰ ਹੀ ਧਰਮ ਸਮਝ ਲੈਣਾ ਇਹ ਸੱਚਾਈ ਨਹੀਂ ਹੈ, ਇਹ ਜੀਵਨ ਦਾ ਅੰਤਮ ਸੱਚ ਨਹੀਂ ਹੈ। ਇਸ ਤੋਂ ਸਤਿਗੁਰੂ ਜੀ ਜਾਣੂ ਕਰਾਉਂਦੇ ਨੇ ਜੀ। ਮਨ ਮੈਲੈ ਸੂਚਾ ਕਿਉ ਹੋਏ ਸਾਚ ਮਿਲੈ ਪਾਵੈ ਪਤ ਸੋਏ। ਜੇ ਮਨ ਹੀ ਮੈਲਾ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਬਾਹਰ ਤਨ ਦੀ ਪਵਿੱਤਰਤਾ ਕਰਨ ਦੇ ਨਾਲ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਜੇ ਮਨ ਹੀ ਮੈਲਾ ਤੇ ਉਹ ਪਵਿੱਤਰ ਕਿਵੇਂ ਹੋਏਗਾ? ਮਨ ਨਹੀਂ ਪਵਿੱਤਰ ਹੋ ਜਾ ਸਕਦਾ ਤਨ ਨੂੰ ਧੋਣ ਨਾਲ। ਸਾਚ ਮਿਲੈ ਪਾਵੈ ਪਤ
ਸੋਏ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਸਿਮਰਨ ਰਾਹੀਂ ਲੀਨ ਹੁੰਦਾ ਹੈ ਉਹੀ ਪਵਿੱਤਰ ਹੁੰਦਾ ਹੈ, ਉਹੀ ਲੋਕ ਪ੍ਰਲੋਕ ਦੇ ਵਿੱਚ ਇੱਜ਼ਤ ਪਾਉਂਦਾ ਹੈ ਜੀ। ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮਹਿ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ। ਸਤਿਗੁਰੂ ਜੀ ਕਹਿੰਦੇ ਹੈ ਕਿ ਆਚਾਰ ਵਿਚਾਰ ਸਰੀਰ ਜਿਹਦੇ ਅੰਦਰ ਉੱਚਾ ਆਚਰਣ ਹੈ, ਉੱਚੀ ਸੂਝ ਹੈ, ਸਤਿਗੁਰੂ ਜੀ ਕਹਿੰਦੇ ਉਹੀ ਸਰੀਰ ਹਮੇਸ਼ਾ ਅਡੋਲਤਾ ਅਤੇ ਧੀਰਜ ਵਿੱਚ ਟਿਕਿਆ ਰਹਿੰਦਾ ਹੈ। ਇਹਨੂੰ ਹੀ ਆਚਾਰਾ ਵਿਚਾਰ ਸਰੀਰ ਆਖਿਆ ਹੈ। ਆਦ ਜੁਗਾਦ ਸਹਿਜ ਮਨ ਧੀਰ, ਉਹਦਾ ਮਨ ਸਦਾ ਹੀ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਬਿਲਕੁਲ ਅਡੋਲ ਹੋ ਕੇ ਉਹ ਸਤਿਗੁਰੂ ਜੀ ਦੇ ਨਾਮ ਦੇ ਵਿੱਚ ਟਿਕਦਾ ਹੈ। ਉਹ ਅਹੰਕਾਰ ਨਹੀਂ ਕਰਦਾ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਦੀ ਆਪਣੀ ਕਲਮ ਦਾ ਅਹੰਕਾਰ ਨਹੀਂ ਕੀਤਾ, ਪਰ ਜਦ ਕਲਮ ਚੱਕੀ ਤੇ ਫਿਰ ਫਰਦੋਸ ਵਰਗੇ ਵੀ ਫਿੱਕੇ ਪਾ ਦਿੱਤੇ। ਆਪ ਜਦ ਕਲਮ ਉਠਾਉਂਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਸ਼ੇਰ ਲਿਖਦੇ ਸੀ ਫਾਰਸੀ ਦਾ, ਤੇ ਇਸ ਧਰਤੀ ਦਾ ਸਭ ਤੋਂ ਵੱਡਾ ਫਾਰਸੀ ਦਾ ਸ਼ਾਇਰ ਫਰਦੌਸ, ਉਹਦੇ 60,000 ਸ਼ੇਰ ਫਿੱਕੇ ਪੈ ਗਏ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਮਾਲ ਕਰਾਮਾਤ ਕਾਇਮ ਕਰੀਮ ਕਿਹਾ ਉਸ ਪਰਮਾਤਮਾ ਨੂੰ। ਸਤਿਗੁਰੂ ਜੀ ਕਹਿੰਦੇ ਇਸ ਰੂਪ 'ਚ ਸਹਿਜ ਆਉਂਦਾ ਹੈ। ਇਸ ਸੂਰਜ ਨੂੰ ਕਾਹਦਾ ਅਸੀਂ ਦੀਆ ਦਿਖਾ ਸਕਦੇ ਹਾਂ, ਕਿਹੜੀ ਕੁ ਵਿਗਿਆਨ ਵਾਲੀ ਬਿਰਤੀ ਸਾਡੇ ਕੋਲ ਹੈ। ਸਤਿਗੁਰੂ ਜੀ ਕਹਿੰਦੇ ਇਹ ਧੀਰਜ ਦੇਗਾ ਮਨ ਨੂੰ ਕਿ ਬਹਿ ਜਾ ਮਨ, ਤੇਰੀ ਔਕਾਤ ਨਹੀਂ ਹੈ। ਪਲ ਪੰਕਜ ਮਹਿ ਕੋਟ ਉਧਾਰੇ, ਪਲ ਪਲਕ ਕਹਿੰਦੇ ਹੈ, ਪੰਕਜ ਕਹਿੰਦੇ ਕਮਲ ਦਾ ਫੁੱਲ। ਸੰਪਰਦਾਈ ਵਿਦਵਾਨ ਅੱਖ ਨੂੰ ਕਹਿੰਦੇ ਆ ਕਮਲ, ਪਰ ਨਹੀਂ, ਇੱਥੇ ਮਤਲਬ ਹੈ ਪੰਕਜ ਗੁਰੂ ਦੇ ਚਰਨਾਂ ਦੇ ਵਿੱਚ ਟਿਕ ਕੇ ਉਹਦੇ ਨੈਣਾ ਦੇ ਅੰਦਰ ਐਸੀ ਭਾਵ ਭਗਤੀ ਵਾਲੀ ਬਿਰਤੀ ਪੈਦਾ ਹੁੰਦੀ ਹੈ ਕਿ ਜਿਹਦੇ ਉੱਤੇ ਵੀ ਪੈ ਜੇ ਕਹਿੰਦੇ ਉਹਨਾਂ ਦੇ ਕਰੋੜਾਂ ਪਾਪ ਤਰ ਜਾਂਦੇ ਆ। ਇਹ ਬਿਰਤੀ ਸਿਰਫ ਗੁਰੂ ਦੀ ਹੁੰਦੀ ਹੈ। ਗੁਰੂ ਦੀ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਉਹਦੀ ਪਲਕ ਜਿੰਨੀ ਵੀ ਨਜ਼ਰ ਸਾਡੀ ਕਰੋੜਾਂ ਪਾਪ ਕਰੋੜਾਂ ਲੋਕਾਂ ਨੂੰ ਉਧਾਰ ਦਿੰਦੀ ਹੈ। ਕਰ ਕਿਰਪਾ ਗੁਰ ਮੇਲ ਪਿਆਰੇ। ਉਸ ਪ੍ਰਭੂ ਦੀ ਕਿਰਪਾ ਦੇ ਨਾਲ ਹੀ, ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਭੂ ਦਾ ਮਿਲਾਪ ਹੁੰਦਾ ਹੈ ਜੀ। ਕਿਸ ਆਗੇ ਪ੍ਰਭ ਤੁਧ ਸਾਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ। ਜੋ ਤੁਧ ਪਾਵੈ ਤਿਉ ਰਾਖ ਰਜਾਏ, ਨਾਨਕ ਸਹਿਜ ਪਾਏ ਗੁਣ ਗਾਏ। ਕਿਸ ਆਗੇ ਪ੍ਰਭ ਤੁਧ ਸਾਲਾਹੀ, ਤੁਹਾਡੇ ਤੋਂ ਅੱਗੇ ਵੱਧ ਕੇ ਕੌਣ ਹੈ? ਤੁਹਾਡੇ ਤੋਂ ਤਾਂ ਕੌਣ ਹੈ ਜਿਹਨੂੰ ਮੈਂ ਸਲਾਹਾਂ? ਤੁਹਾਡੇ ਤੋਂ ਅੱਗੇ ਕੋਈ ਨਹੀਂ ਪ੍ਰਭੂ ਜੀ, ਜਿਹਨੂੰ ਮੈਂ ਸਿਫਤ ਸਲਾਹ ਕਰਕੇ ਤੁਹਾਡੇ ਤੋਂ ਵੱਡਾ ਮੰਨਾਂ ਜਾਂ ਆਪਣੇ ਚਿੰਤਨ ਵਿੱਚ ਉਹਨੂੰ ਰੱਖਾਂ। ਤੁਸੀਂ ਹੀ ਇੱਕ ਹੋ ਕਿ ਨਾਥ ਕੋਈ ਹੋਰ ਨਹੀਂ ਹੈ ਪ੍ਰਭੂ ਜੀ। ਤੁਧ ਬਿਨ ਦੂਜਾ ਮੈਂ ਕੋ ਨਾ ਹੀ, ਮੇਰੇ ਲਈ ਤੁਹਾਡੇ ਬਿਨਾ ਕੋਈ ਕੁਛ ਹੋਰ ਬਿਰਤੀ ਨਹੀਂ ਹੈ। ਜਿਉਂ ਤੁਧ ਭਾਵੈ ਤਿਉਂ ਰਾਖ ਰਜ਼ਾਏ, ਜਿਵੇਂ ਤੁਸੀਂ ਰੱਖੋਗੇ ਮੈਂ ਤੁਹਾਡੀ ਰਜ਼ਾ 'ਚ ਰਵਾਂਗਾ ਜੀ। ਨਾਨਕ ਸਹਿਜ ਭਾਏ ਗੁਣ ਗਾਏ, ਸਹਿਜ ਰੂਪ 'ਚ ਮੈਂ ਤੁਹਾਡੇ ਗੁਣ ਗਾਵਾਂਗਾ ਜੀ। ਤਨਾਸਰੀ ਮਹਿਲਾ ਪੰਜਵਾ, ਘਰ ਛੇਵਾਂ, ਅਸ਼ਟਪਦੀ ਇਕ ਓੰਕਾਰ। ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ, ਤੇ ਤੇ ਉਰਜਾਇਓ। ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ। ਕਰ ਕਿਰਪਾ ਮੇਲੋ ਹਰ ਰਾਇਆ। ਤਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਅਸ਼ਟਪਦੀ। ਅਸ਼ਟਪਦੀਆਂ ਦਾ ਸ਼ਬਦ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ। 2 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਪੜ੍ਹ ਕੇ ਆਏ ਹਾਂ ਜੀ। 8 ਤੇ 2 ਅੰਗ ਦੇ ਅਸੀਂ ਦਰਸ਼ਨ ਕੀਤੇ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਿਸ਼ਰਾਮਾਂ ਦਾ ਬਹੁਤ ਧਿਆਨ ਰੱਖਿਓ ਜੀ ਇਸ ਸ਼ਬਦ ਦੇ ਵਿੱਚ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਆ ਕਿ ਜਿਹੜਾ ਇਸ ਜੂਨ ਦੇ ਵਿੱਚ ਇਸ ਧਰਤੀ ਉੱਤੇ ਆਇਆ ਉਹ ਮਾਇਆ ਦੇ ਗੇੜ ਦੇ ਵਿੱਚ ਉਰਜਿਆ ਗਿਆ, ਕੋਈ ਨਹੀਂ ਬਚਿਆ ਜੀ। ਜੋ ਜੂਨੀ ਆਇਓ ਤੇ ਉਰਜਾਇਓ। ਪਰ ਇੱਕ ਗੱਲ ਚੇਤੇ ਰੱਖਿਓ, ਜੇ ਮਾਨਸ ਜਨਮ ਮਿਲਿਆ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ। ਜੇ ਸਤਿਗੁਰ ਪਾਇਆ ਬੜੇ ਵੱਡੇ ਭਾਗ ਨੇ। ਮਾਨਸ ਜਨਮ ਸੰਜੋਗ ਪਾਇਆ, ਬੜੀ ਵੱਡੀ ਕਿਰਪਾ ਨਾਲ ਮਿਲਿਆ। ਤੇ ਇਹਨੂੰ ਸਾਂਭੀਏ, ਕੱਲੀ ਮਾਇਆ ਦੇ ਗੇੜ 'ਚ ਜ਼ਿੰਦਗੀ ਨਾ ਬਤੀਤ ਕਰੀਏ। ਇੱਕ ਕੰਮ ਕਰੀਏ, ਤਾਕੀ ਹੈ ਓਟ ਸਾਧ।
ਸਾਧ ਗੁਰੂ ਦੀ ਓਟ ਤੱਕੀਏ, ਉਸ ਵੱਲ ਨਜ਼ਰ ਕਰੀਏ। ਰਾਖੋ ਦੇ ਕਰ ਹਾਥ, ਜਿਹੜਾ ਹੱਥ ਦੇ ਕੇ ਰੱਖ ਲੈਂਦਾ ਹੈ, ਕਰ ਕਿਰਪਾ ਮੇਲੋ ਹਰ ਰਾਇਆ, ਉਹ ਕਿਰਪਾ ਕਰਕੇ ਗੁਰੂ ਉਸ ਪ੍ਰਭੂ ਨੂੰ ਵੀ ਮਿਲਾ ਦਿੰਦਾ ਹੈ ਜੀ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ। ਅਨੇਕ ਜਨਮਾਂ ਜਨਮਾਂਤਰਾਂ ਤੋਂ ਭਰਮ ਕੇ ਥੱਕ ਕੇ ਅਸੀਂ ਸੱਚੀ ਮੁੱਚੀ ਇਸ ਜਨਮ ਦੇ ਵਿੱਚ ਪਹੁੰਚੇ ਹਾਂ, ਪਰ ਪਹੁੰਚ ਕੇ ਵੀ ਸਾਡਾ ਮਨ ਟਿਕਿਆ ਨਹੀਂ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਅਜੇ ਵੀ ਮਨ ਨਹੀਂ ਟਿਕਿਆ। ਕਰੋ ਸੇਵਾ ਗੁਰ ਲਾਗੋਂ ਚਰਨ, ਗੋਬਿੰਦ ਜੀ ਕਾ ਮਾਰਗ ਦੇਹ ਜੀ ਬਤਾਈ। ਕਰੋ ਸੇਵਾ ਗੁਰ ਲਾਗੋਂ ਚਰਨ, ਮੈਂ ਸੇਵਾ ਕਰਾਂ ਗੁਰੂ ਦੇ ਚਰਨ ਲੱਗਾ। ਗੋਬਿੰਦ ਜੀ ਕਾ ਮਾਰਗ ਦੇਹ ਜੀ ਬਤਾਈ, ਗੁਰੂ ਉਸ ਗੋਬਿੰਦ ਦਾ ਮਾਰਗ ਦੇ ਬਤਾਉਣ ਵਾਲਾ ਹੈ ਜੀ। ਅਨਕ ਉਪਾਵ ਕਰੋ ਮਾਇਆ ਕਉ ਬਚਿਤ ਤਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ। ਠਾਕੁਰ ਸਿਉ ਮੇਰਾ ਰੰਗ ਲਾਵੈ। ਅਨਕ ਉਪਾਉ ਕਰੋ ਮਾਇਆ ਕਉ ਬਚਿਤ ਧਰੋਂ। ਮੈਂ ਜਿੰਨੇ ਵੀ ਉਪਾਏ ਅੱਜ ਤੱਕ ਕੀਤੇ ਨੇ, ਆਪਣੇ ਚਿੱਤ ਦੇ ਅੰਦਰ ਮਾਇਆ ਨੂੰ ਹੀ ਧਰਿਆ ਹੈ, ਉਸ ਪ੍ਰਭੂ ਦਾ ਚੇਤਾ ਨਹੀਂ ਕੀਤਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਜਿੰਨਾ ਕੁਛ ਕਮਾਈ ਕੀਤੀ ਹੈ, ਖਟਿਆ, ਉਹ ਇੰਨਾ ਕੁ ਖਟਿਆ ਕਿ ਜਿਹੜਾ ਕੱਲ ਤੱਕ ਫਨਾ ਹੋਣ ਵਾਲਾ ਹੈ, ਉਸ ਦਿਨ ਤੱਕ ਫਨਾ ਹੋਣ ਵਾਲਾ ਜਿਸ ਦਿਨ ਤੱਕ ਇਹ ਸਰੀਰ ਹੈ। ਉਹ ਨਹੀਂ ਖਟਿਆ ਜਿਹੜਾ ਸਦਾ ਰਹਿਣ ਵਾਲਾ ਹੈ। ਮੇਰੇ ਮਨ ਦੇ ਵਿੱਚ ਮਾਇਆ ਕੋ ਵਿਚਿਤ ਧਰੋਂ, ਚਿੱਤ ਦੇ ਵਿੱਚ, ਬਚਿਤ ਮਤਲਬ ਚਿੱਤ ਵਿੱਚ ਮੈਂ ਸਿਰਫ ਮਾਇਆ ਦਾ ਹੀ ਧਿਆਨ ਧਰਿਆ। ਕੋਈ ਵੀ ਕੰਮ ਕੀਤਾ ਪ੍ਰਭੂ ਨੂੰ ਚੇਤੇ ਨਹੀਂ ਕੀਤਾ। ਮੇਰੀ ਮੇਰੀ ਕਰਤ ਸਦ ਹੀ ਵਿਹਾਵੈ, ਮੈਂ ਕਰਕੇ ਹੀ ਸਾਰੀ ਜ਼ਿੰਦਗੀ ਬਤੀਤ ਹੋ ਗਈ ਹੈ ਜੀ। ਕੋਈ ਐਸੋ ਰੇ ਭੇਟੈ ਸੰਤ, ਕੋਈ ਐਸਾ ਗੁਰੂ ਦਾ ਪਿਆਰਾ ਮਿਲ ਜਾਏ, ਹੁਣ ਕੋਈ ਐਸਾ ਪ੍ਰਭੂ ਦਾ ਪਿਆਰਾ ਮਿਲ ਜਾਏ। ਮੇਰੀ ਲਾਹ ਹੈ ਸਗਲ ਚਿੰਤ, ਹੁਣ ਮੇਰੀ ਚਿੰਤਾ ਇਹ ਨਹੀਂ ਹੈ, ਦੁਨੀਆ ਦੇ ਦੁੱਖਾਂ ਸੁੱਖਾਂ ਦੀ ਚਿੰਤਾ ਨਹੀਂ ਹੈ। ਹੁਣ ਮੇਰੀ ਚਿੰਤਾ ਇਹ ਹੈ ਕਿ ਹਾਏ ਸਾਰੀ ਜ਼ਿੰਦਗੀ ਬਤੀਤ ਹੋ ਗਈ ਕਿ ਮੈਂ ਉਸ ਪ੍ਰਭੂ ਨੂੰ ਚੇਤੇ ਨਹੀਂ ਕੀਤਾ, ਕਿ ਮੈਂ ਉਸ ਪ੍ਰਭੂ ਦਾ ਨਾਮ ਨਹੀਂ ਅੰਦਰ ਹਿਰਦੇ 'ਚ ਵਸਾਇਆ। ਇਹ ਚਿੰਤਾ ਲੱਥੇ ਮੇਰੇ ਉਸ ਪ੍ਰਭੂ ਦੇ ਸੇਵਕ ਨਾਲ। ਠਾਕੁਰ ਸਿਉ ਮੇਰਾ ਰੰਗ ਲਾਵੈ, ਜਿਹੜਾ ਮੇਰਾ ਪ੍ਰਭੂ ਦੇ ਚਰਨਾਂ ਨਾਲ ਰੰਗ ਲਾ ਦੇ ਜੀ। ਪੜੇ ਰੇ ਸਗਲ ਬੇਦ, ਨਹਿ ਚੂਕੈ ਮਨ ਭੇਦ। ਇਕ ਖਿਨ ਨਾ ਧੀਰੈ, ਮੇਰੇ ਘਰ ਕੇ ਪੰਚਾ। ਕੋਈ ਐਸੋ ਰੇ ਭਗਤ, ਜੋ ਮਾਇਆ ਤੇ ਰਹਿਤ। ਇਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ। ਬਹੁਤ ਗਿਆਨ ਇਕੱਠਾ ਕਰ ਲਿਆ ਜੀ, ਵੇਦ ਪੜ੍ਹ ਲਏ। ਬੜੇ ਰੇ ਸਗਲ ਵੇਦ ਨਹਿ ਚੁੱਕੈ ਮਨ ਭੇਦ, ਮਨ ਹਜੇ ਵੀ ਨਹੀਂ ਚੁੱਕਿਆ ਵਿਕਾਰਾਂ ਤੋਂ। ਇੱਕ ਖਿਨ ਨਾ ਧੀਰੈ ਹੈ ਮੇਰੇ ਘਰ ਕੇ ਪੰਚਾਂ, ਪੰਜ ਵਿਕਾਰ ਮੇਰੇ ਹਿਰਦੇ ਦੇ ਅੰਦਰ, ਘਰ ਦੇ ਸਰੀਰ ਅੰਦਰ ਹਜੇ ਤੱਕ ਨਹੀਂ ਟਿਕ ਕੇ ਬਹਿੰਦੇ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ। ਕੋਈ ਵਿਰਲਾ ਭਗਤ ਮਿਲ ਜਾਏ, ਕਿ ਕੋਈ ਪਿਆਰਾ ਮਿਲ ਜਾਏ ਜਿਹੜਾ ਇਸ ਪਕੜ ਤੋਂ ਨਿਰਲੇਪ ਹੋਏ। ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ, ਜਿਹਦੇ ਦਰਸ਼ਨ ਜਿਹਦਾ ਸੰਗ ਕੀਤਿਆਂ ਮੇਰੇ ਹਿਰਦੇ 'ਚ ਨਾਮ ਚੱਲ ਪਏ, ਨਾਮ ਦੀ ਅੰਮ੍ਰਿਤ ਬੂੰਦ ਦਾ ਮੀਂਹ ਵਰਸ ਪਏ ਜੀ। ਜੇ ਤੇਰੇ ਤੀਰਥ ਨਾਏ, ਅੰਬੁਧ ਮੈਲ ਲਾਏ। ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ, ਕਦ ਪਾਵੂ ਸਾਧ ਸੰਗ। ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸ਼ਨਾਨੈ। ਜੇ ਤੇਰੇ ਤੀਰਥ ਨਾਏ, ਜਿੰਨੇ ਵੀ ਮੈਂ ਤੀਰਥ ਨਾਏ ਨੇ, ਕੋਈ ਫਾਇਦਾ ਨਹੀਂ ਹੋਇਆ, ਕਿਉਂਕਿ ਅਹੰਗ ਬੁੱਧ ਮੈਲ ਲਾਏ। ਹਉਮੈ ਇਕੱਠੇ ਕੀਤੀ ਹੈ, ਹੋਰ ਕੁਛ ਨਹੀਂ ਕੀਤਾ ਜੀ। ਇਸ ਰੂਪ 'ਚ ਸਤਿਗੁਰ ਜੀ ਕਿਰਪਾ ਕਰੋ, ਇਸ ਅਹੰਗ ਬੁੱਧ ਤੋਂ ਮੇਰਾ ਖਹਿੜਾ ਛਟਾਓ। ਮੈਂ ਤੇ ਤੀਰਥਾਂ ਦੇ ਇਸ਼ਨਾਨ ਨੂੰ ਗਿਆ ਸੀ ਕਿ ਮੇਰੇ ਅੰਦਰ ਪ੍ਰਭੂ ਦਾ ਨਾਮ ਵਸੇ, ਪਰ ਮੈਂ ਹੀ ਲੈ ਆਇਆ, ਅਹੰਗ ਬੁੱਧ ਹੀ ਹਉਮੈ ਹੀ ਲੈ ਆਇਆ। ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਜਿਹੜਾ ਠਾਕੁਰ ਸਾਰਿਆਂ ਦੇ ਵਿੱਚ ਬੈਠਾ ਹੈ ਨਾ, ਉਹ ਕਹਿੰਦਾ ਤੇਰੇ ਕਰਮ ਇਹ ਫੋਕਟ ਨੇ, ਇਹ ਕਿਸੇ ਕੰਮ ਦੇ ਨਹੀਂ ਹੈ। ਇੱਕ ਤਿਲ ਜਿੱਡਾ ਮਾਣ ਵੀ ਨਹੀਂ ਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਕਦ ਪਾਉ ਸਾਧ ਸੰਗ,
ਹਰ ਹਰ ਸਦਾ ਆਨੰਦ। ਕਿਥੇ ਮੈਨੂੰ ਉਸ ਸੰਗਤ ਦੀ ਇੱਕ ਘੜੀ ਮਿਲ ਜਾਏ, ਇੱਕ ਪਲ ਮਿਲ ਜਾਏ। ਇੱਕ ਘੜੀ ਦਿਨਸ ਮੁਕੋ ਬਹੁਤ ਦਿਹਾਰੇ, ਮਨ ਨਾ ਰਹੈ ਕੈਸੇ ਮਿਲੋ ਪਿਆਰੇ। ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ। ਗਿਆਨ ਅੰਜਨ ਮੇਰੇ ਮਨ ਇਸ਼ਨਾਨੈ, ਗੁਰੂ ਦਾ ਦਿੱਤਾ ਹੋਇਆ ਗਿਆਨ ਮੇਰੀ ਅੱਖਾਂ ਦੇ ਅੰਦਰ ਗਿਆਨ ਰੂਪੀ ਸੁਰਮਾ ਹੈ, ਜਿਹੜਾ ਚਾਨਣ ਕਰੇਗਾ ਉਹੀ ਮੇਰੇ ਮਨ ਦਾ ਇਸ਼ਨਾਨ ਹੈ ਜੀ। ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ, ਵਿਵੇਕਹੀਨ ਦੇਹੀ ਧੋਏ, ਕੋਈ ਪਾਈਐ ਰੇ ਪੁਰਖ ਵਿਦਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ। ਇੱਥੇ 4 ਆਸ਼ਰਮਾਂ ਦਾ ਜ਼ਿਕਰ ਹੈ ਜੀ। ਬ੍ਰਹਮਚਾਰੀ ਹੈ, ਉਸ ਤੋਂ ਬਾਅਦ ਗ੍ਰਸਤ ਹੈ, ਗ੍ਰਸਤ ਤੋਂ ਬਾਅਦ ਜਿਹੜਾ ਤੀਸਰਾ ਵਾਮਪੰਥੀ ਤੇ ਚੌਥਾ ਸੰਨਿਆਸ। ਇਹ 4 ਆਸ਼ਰਮ ਹੈਗੇ ਹਿੰਦੂ ਧਰਮ ਦੇ। ਇਹਨਾਂ ਆਸ਼ਰਮਾਂ ਦੇ ਅਨੁਸਾਰ ਬ੍ਰਾਹਮਣ ਦੇ ਕਈ ਜਿਹੜੇ ਜਾਤ ਹੈਗੀ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ 20-20 30-30 ਸਾਲ ਵੰਡੇ ਹੋਏ ਆ ਕਿ 20 ਸਾਲ ਦੀ ਉਮਰ ਤੱਕ ਇਹ ਘਰ ਰਹੇਗਾ, 20 ਸਾਲ ਤੋਂ ਬਾਅਦ ਇਹ ਕਾਰਜ ਕਰਨ ਦੀ ਤੇ ਵਿਆਹ ਦੀ ਉਮਰ ਹੈ। ਉਸ ਤੋਂ ਬਾਅਦ ਜਿਹੜੀ ਉਮਰ ਹੈ ਉਹ ਆਪਣੇ ਆਪ ਨੂੰ ਨਿਰਲੇਪ ਕਰ ਲੈਣਾ ਤੇ 60 ਸਾਲ ਦੀ ਉਮਰ ਤੋਂ ਬਾਅਦ ਸੰਨਿਆਸ ਲੈ ਲੈਣਾ। ਕਹਿੰਦੇ ਮੈਂ ਹਜ਼ਾਰਾਂ ਲੋਕਾਂ ਨੂੰ ਵੇਖਦੇ ਹੋਏ ਜ਼ਿੰਦਗੀ ਬਤੀਤ ਕਰ ਲਈ, ਪਰ ਕੁਛ ਵੀ ਨਹੀਂ ਹੋਇਆ, ਕੁਛ ਵੀ ਨਹੀਂ ਮਿਲਿਆ ਉਹਨਾਂ ਨੂੰ। ਸਗਲ ਆਸ਼ਰਮ ਕੀ ਨੇ ਮਨੁਆ ਨਹਿ ਪਤੀ ਨੇ, ਮਨ ਉਹਨਾਂ ਦਾ ਵੀ ਨਹੀਂ ਪਤੀਜਿਆ ਗਿਆ। ਵਿਵੇਕਹੀਨ ਦੇਹੀ ਧੋਏ, ਉਹ ਗਿਆਨ ਤੋਂ ਵੀ ਹਿਉਣੇ ਆਪਣੇ ਸਿਰਫ ਦੇਹੀ ਨੂੰ ਹੀ ਮਾਂਝੀ ਜਾਣਦੇ ਆ। ਸੁੱਚੇ ਬਾਹਮਣ ਬਣੇ ਹੋਇਆ, ਹੱਥ 100 ਵਾਰੀ ਸੁੱਚੇ ਕਰ ਲਈਏ, ਮੂੰਹ 10 ਵਾਰੀ ਸੁੱਚੇ ਕਰ ਲਈਏ, ਇਸ ਰੂਪ 'ਚ ਵਿਵੇਕਹੀਨ ਨੇ। ਕੋਈ ਪਾਈਐ ਰੇ ਪੁਰਖ ਵਿਧਾਤਾ, ਕੋਈ ਪੁਰਖ ਵਿਧਾਤਾ ਦਾ ਮਤਲਬ ਇੱਥੇ ਗੁਰਮੁਖ ਹੈ, ਗੁਰੂ ਨਹੀਂ ਹੈ। ਕੋਈ ਐਸਾ ਗੁਰਮੁਖ ਮਿਲ ਜਾਏ, ਪਾਰ ਬ੍ਰਹਮ ਕੈ ਰੰਗ ਰਾਤਾ, ਜਿਹੜਾ ਪ੍ਰਭੂ ਦੇ ਰੰਗ 'ਚ ਰਤਿਆ ਹੋਏ, ਮੇਰੇ ਮਨ ਕੀ ਦੁਰਮਤ ਮਲ ਖੋਏ। ਜਿਹੜੇ ਮੇਰੇ ਮਨ ਦੇ ਅੰਦਰ ਦੀ ਇਹ ਵਿਵੇਕ ਹੀਨ ਵਾਲੀ ਬਿਰਤੀ ਹੈ, ਇਸ ਮੈਲ ਨੂੰ ਦੂਰ ਕਰੇ ਜੀ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੈ ਕਈ ਨਾ ਲੇਖੈ, ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋ ਪੇਖੈ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ। ਕਰਮ ਵੀ ਕਰ ਲੇ ਜੀ ਬੜੇ, ਧਰਮ ਦੇ ਪਾਖੰਡ ਵੀ ਕਰ ਲੇ, ਪਰ ਪਿਆਰ ਦਾ ਇੱਕ ਅੱਖਰ ਵੀ ਹਿਰਦੇ ਦੇ ਅੰਦਰ ਨਹੀਂ ਵਸਿਆ। ਇੱਕ ਅੱਖਰ ਵੀ ਪ੍ਰੇਮ ਦਾ, ਪ੍ਰਭੂ ਦੇ ਸ਼ਬਦ ਦਾ, ਕਿ ਜਿਹੜਾ ਮਨ ਨੂੰ ਐਨ ਭਿਉਂ ਕੇ ਰੱਖ ਦੇ, ਅੰਮ੍ਰਿਤਮਈ ਸਹਿਜ ਕਰ ਦੇ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ। ਇੱਕ ਨਿਮਖ ਵੀ ਪਿਆਰ ਨਹੀਂ ਕੀਤਾ ਪ੍ਰਭੂ ਦੇ ਸ਼ਬਦ ਨਾਲ, ਭਾਵ ਨਹੀਂ ਪੈਦਾ ਹੋਇਆ। ਸਤਿਗੁਰੂ ਜੀ ਕਹਿੰਦੇ ਗਰਭ ਗਰਭ ਪੜ੍ਹੇ, ਪੜ੍ਹੈ ਨਹੀਂ ਕਰਨਾ, ਪੜ੍ਹੈ ਨਹੀਂ ਪੜ੍ਹੈ ਕਰਨਾ। ਪੜ੍ਹੈ ਤੇ ਪੜ੍ਹੈ ਦੇ ਵਿੱਚ ਫਰਕ ਹੈ। ਪੜ੍ਹੈ ਦਾ ਮਤਲਬ ਹੋ ਜਾਏਗਾ ਪੜ੍ਹਨਾ, ਸਟੱਡੀ ਕਰਨਾ। ਪੜ੍ਹੈ ਦਾ ਮਤਲਬ ਪੈ ਜਾਣਾ। ਕਹਿੰਦੇ ਮੈਂ ਕਰਕੇ ਸਿਰਫ ਗਰਭ ਦੇ ਅਹੰਕਾਰ ਦੇ ਵਿੱਚ ਹੀ ਪਿਆ, ਕਹੀ ਨਾ ਲਿਖੈ ਮੇਰੇ ਕੀਤੇ ਹੋਏ ਕਰਮ ਧਰਮ ਕਿਸੇ ਲੇਖੇ ਨਹੀਂ ਪਏ। ਜਿਸ ਭੇਟੀ ਹੈ ਸਫਲ ਮੂਰਤ, ਜਿਨੇ ਸਫਲ ਮੂਰਤ ਦਾ ਮਤਲਬ ਹੈ ਜਿਸ ਪ੍ਰਭੂ ਦੇ ਦਰਸ਼ਨ ਕੀਤਿਆਂ ਸਾਰੀ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਇਹ ਭਾਈ ਕਾਨ ਸਿੰਘ ਨਾਭਾ ਦੇ ਅਰਥ ਕੀਤੇ ਹੋਏ ਨੇ ਸਫਲ ਮੂਰਤ ਦੇ। ਜਿੱਥੇ ਸਫਲ ਮੂਰਤ ਇਕੱਠਾ ਆਏਗਾ, ਐਸਾ ਪ੍ਰਭੂ ਜਿਹਦਾ ਦਰਸ਼ਨ ਸਫਲ ਕਰ ਦਿੰਦਾ ਜੀਵਨ ਨੂੰ। ਜਿਨੇ ਐਸੇ ਪ੍ਰਭੂ ਦੇ ਦਰਸ਼ਨ ਕੀਤੇ ਨੇ, ਕਹਿੰਦੇ ਜਿਸ ਭੇਟੀ ਹੈ ਸਫਲ ਮੂਰਤ ਕਰੈ ਸਦਾ ਕੀਰਤ, ਤੇ ਉਹ ਸਿਫਤ ਸਲਾਹ 'ਚ ਸਦਾ ਹੀ ਜੁੜਿਆ। ਗੁਰ ਪ੍ਰਸਾਦ ਕੋ ਨੇਤਰਹੁ ਪੇਖੈ, ਗੁਰੂ ਦੀ ਕਿਰਪਾ ਨਾਲ ਉਹਨੇ ਪ੍ਰਭੂ ਨੂੰ ਆਪਣੀ ਅੱਖਾਂ ਦੇ ਨਾਲ ਵੇਖਿਆ ਹੈ ਜੀ। ਮਨ ਹਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ, ਬਗੁਲ ਜੋ ਧਿਆਨ ਲਾਵੈ ਮਾਇਆ ਰੇ ਤਾਰੀ, ਕੋਈ ਐਸੋ ਰੇ ਸੁਖ ਦਾਈ, ਪ੍ਰਭ ਕੀ ਕਥਾ ਸੁਣਾਈ, ਜਿਸ ਪੇਟੇ ਗਤ ਹੋਏ ਹਮਾਰੀ। ਮਨ ਹਟ ਜੋ ਕਮਾਵੈ ਤਿਲ ਨਾ ਲੇਖੈ ਪਾਵੈ, ਮਨ ਦੇ ਧੱਕੇ ਨਾਲ ਜਿਹੜਾ ਕਰੇਗਾ ਇੱਕ ਤਿਲ ਵੀ ਨਹੀਂ ਪਏਗਾ। ਬਗਲ ਜਿਉਂ ਧਿਆਨ ਲਾਵੇ, ਬਗਲਵਾ ਧਿਆਨ ਹੈ ਜੀ। ਮਾਇਆ ਰੇ ਧਾਰੀ, ਮਾਇਆ ਦਾ ਹੀ ਉਹ ਲਪਟਿਆ ਹੋਇਆ ਮਨ ਹੈ। ਕੋਈ ਐਸੋ ਰੇ ਸੁਖੋਦਾਈ, ਕੋਈ ਸੁੱਖਾਂ ਦਾ ਦਾਤਾ ਹੈ, ਉਹ ਹੈ ਗੁਰੂ। ਪ੍ਰਭ ਕੀ ਕਥਾ ਸੁਣਾਈ, ਜਿਹਨੇ ਉਸ ਪ੍ਰਭੂ ਦੀ ਅਕਤ ਕਥਾ ਦੇ ਨਾਲ ਸਾਂਝ ਪਾ ਦਿੱਤੀ। ਤਿਸ ਭੇਟੇ ਗਤ
ਹੋਈ ਹਮਾਰੀ ਉਸ ਗੁਰੂ ਦੇ ਦਰਸ਼ਨ ਕੀਤਿਆਂ ਸਾਡੀ ਗਤ ਮਿਤ ਹੋਈ ਹੈ ਜੀ। ਸੁਪ੍ਰਸੰਨ ਗੋਪਾਲ ਰਾਏ ਕਾਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਭੇਟਿਓ, ਨਿਰਭੈ ਗੋਬਿੰਦ ਸੁਖ ਨਾਨਕ ਲਾਧੇ ਹਰ ਚਰਨ ਪਰਾਤਾ। ਸੁਪ੍ਰਸੰਨ ਗੋਪਾਲ ਰਾਏ, ਸੁਪ੍ਰਸੰਨ ਆਨੰਦ ਦੇਣ ਵਾਲੇ, ਜਿਹਨੂੰ ਚੇਤੇ ਕੀਤਿਆਂ ਤਨ ਮਨ ਖਿੜ ਜਾਂਦਾ ਹੈ। ਮਨ ਤਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ, ਤਨ ਮਨ ਨਿਹਾਲ ਹੋ ਜਾਂਦਾ ਹੈ ਜਿਸ ਗੁਰੂ ਦੇ ਦਰਸ਼ਨ ਕੀਤੇ। ਸੁਪ੍ਰਸੰਨ ਗੋਪਾਲ ਰਾਏ ਕਾਟੈ ਰੇ ਬੰਧਨ ਮਾਏ, ਇੱਥੇ ਮਾਏ ਮਾਂ ਨੂੰ ਨਹੀਂ ਕਿਹਾ, ਇੱਥੇ ਮਾਇਆ ਨੂੰ ਕਿਹਾ। ਜਿਹੜੇ ਮਾਇਆ ਦੇ, ਇਹ ਪਾਠ ਦਾ ਅਭਿਆਸ ਕਰ ਕਰਕੇ ਪਤਾ ਲੱਗ ਜਾਏਗਾ ਜੀ ਮਾਏ ਮਾਂ ਕਿੱਥੇ ਹੈ, ਮਾਏ ਮਤ ਕਿੱਥੇ ਹੈ ਤੇ ਮਾਏ ਮਾਇਆ ਕਿੱਥੇ ਹੈ। ਜਿਹੜਾ ਗੁਰੂ ਮਾਇਆ ਦੇ ਬੰਧਨ ਕੱਢ ਦੇ, ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਜਿਹੜਾ ਸ਼ਬਦ ਦਿੱਤਾ ਹੈ ਮੇਰਾ ਮਨ ਰਤਿਆ ਰਿਹਾ ਹੈ, ਸਦਾ ਸਦਾ ਆਨੰਦ ਭੇਟਿਓ, ਮੈਂ ਸਦਾ ਆਨੰਦ ਦੇ ਵਿੱਚ ਹੀ ਪ੍ਰਭੂ ਦੇ ਦਰਸ਼ਨ ਕੀਤੇ। ਨਿਰਭੈ ਗੋਬਿੰਦ ਸੁਖ ਨਾਨਕ ਲਾਧੇ ਹਰ ਚਰਨ ਪਰਾਤਾ, ਕਿ ਮੈਂ ਉਸ ਨਿਰਭਉ ਪ੍ਰਭੂ ਦੇ ਦਰਸ਼ਨ ਕਰ ਲਏ ਨੇ, ਉਹ ਮੇਰੇ ਹਿਰਦੇ ਵਿੱਚ ਵਸ ਗਿਆ। ਉਸ ਗੋਬਿੰਦ ਤੋਂ ਮੈਂ ਸੁਖ ਪ੍ਰਾਪਤ ਕਰ ਲਿਆ, ਪਰ ਇਹ ਲੱਧਿਆ ਮੈਂ ਪ੍ਰਾਪਤ ਕੀਤਾ ਗੁਰੂ ਦੇ ਚਰਨ ਦੇ ਵਿੱਚ ਜੁੜ ਕੇ ਹੀ ਹੈ ਜੀ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਰਹਾਉ ਦੂਜਾ। ਇਸ ਸ਼ਬਦ ਦੇ ਦੋ ਰਹਾਉ ਦੇ ਬੰਦ ਨੇ ਜੀ। ਪਹਿਲੇ ਰਹਾਉ ਦੇ ਵਿੱਚ ਅਸੀਂ ਪੜ੍ਹ ਕੇ ਆਏ ਹਾਂ ਜੀ, ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਗੋ, ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਪ੍ਰਸ਼ਨ ਹੈ ਜੀ, ਮਾਰਗ ਕਿੱਥੋਂ ਪਤਾ ਲੱਗੇ? ਤੇ ਇਹ ਸਾਰਾ ਉੱਤਰ ਦਿੱਤਾ ਪ੍ਰਭੂ ਜੀ ਨੇ, ਗੁਰੂ ਅਰਜਨ ਸਾਹਿਬ ਜੀ ਨੇ, ਕਿ ਨਾ ਕਰਮ ਦੇ ਨਾਲ, ਨਾ ਧਰਮ ਦੇ ਨਾਲ, ਨਾ ਬਾਹਰ ਦੇ ਪਖਾਵੇ ਨਾਲ, ਨਾ ਤੀਰਥ ਨਾਲ, ਤੇ ਨਾ ਹੋਰ ਪੜ੍ਹੇ ਲਿਖੇ ਵੇਦਾਂ ਸ਼ਾਸਤਰਾਂ ਦੇ ਗਿਆਨ ਦੇ ਨਾਲ। ਇਹਦਾ ਨਹੀਂ। ਜੇ ਮਿਲਣਾ ਹੈ ਤੇ ਪ੍ਰਭੂ ਦੀ ਪ੍ਰਾਪਤੀ ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਹੀ ਹੁੰਦੀ ਹੈ। ਤੇ ਜਿਹਨੇ ਜੁੜ ਕੇ ਪ੍ਰਭੂ ਨੂੰ ਧਿਆਇਆ, ਸਫਲ ਪਈ ਸਫਲ ਯਾਤਰਾ, ਉਹਦੀ ਜੀਵਨ ਸਫਲ ਹੋ ਗਿਆ। ਇਹਨੂੰ ਇਹ ਕਿਹਾ ਜੀ ਸਫਲ ਮੂਰਤ। ਗੁਰੂ ਦਾ ਦਰਸ਼ਨ ਹੀ ਸਫਲ ਮੂਰਤ ਹੈ, ਜਿਹੜਾ ਜੀਵਨ ਸਫਲ ਕਰਦਾ ਹੈ। ਆਵਣ ਜਾਣ ਰਹੇ ਮਿਲ ਸਾਧਾ, ਗੁਰੂ ਸਾਧ ਦੇ ਦਰਸ਼ਨ ਕੀਤਿਆਂ ਆਵਣ ਜਾਣ ਖਤਮ ਹੋ ਜਾਂਦਾ ਹੈ। ਰਹਾਉ ਦੂਜਾ। ਨਾਸਰੂ ਮਹਿਲਾ ਪਹਿਲਾ, ਛੰਤ ਇਕ ਓੰਕਾਰ, ਸਤਿਗੁਰ ਪ੍ਰਸਾਦ, ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਤਨਾਸਰੀ ਮਹੱਲਾ ਪਹਿਲਾ, ਛੰਤ ਅਸ਼ਟਪਦੀਆਂ ਦੇ ਸ਼ਬਦਾਂ ਦੀ ਸਮਾਪਤੀ ਹੈ। ਦੋ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ, ਇੱਕ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਹੁਣ ਇਹ ਚੌਪਦੀਆਂ ਦੇ ਸ਼ਬਦ ਨੇ, ਛੰਤ ਰੂਪ ਦੇ ਵਿੱਚ ਨੇ। ਛੰਤ ਦੇ ਸ਼ਬਦ ਖਾਸ ਕਰਕੇ ਜ਼ਿਆਦਾ ਕਰਕੇ ਲੰਮੇਰੇ ਹੁੰਦੇ ਨੇ ਜੀ। ਤਨਾਸਰੀ ਮਹੱਲਾ ਪਹਿਲਾ, ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਤੀਰਥ ਪ੍ਰਭੂ ਦਾ ਨਾਮ ਹੀ ਹੈ। ਇਹੀ ਅਸਲ ਤੀਰਥ ਹੈ ਜਿਹੜਾ ਬੈਠ ਕੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੇ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਸ਼ਬਦ ਦਾ ਵਿਚਾਰ ਮਨ ਨੂੰ ਪਵਿੱਤਰ ਕਰਦਾ ਹੈ, ਤੇ ਸ਼ਬਦ ਦੀ ਵਿਚਾਰ ਹੀ ਗੁਰਮੁਖਾਂ ਲਈ ਅਸਲ ਤੀਰਥ ਹੈ ਜੀ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ, ਹਉ ਨਾਮ ਹਰ ਕਾ ਸਦਾ ਜਾਚਉ, ਦੇਹ ਪ੍ਰਭ ਤਰਨੀ ਤਰਾ। ਗੁਰ ਗਿਆਨ, ਗੁਰੂ ਦਾ ਗਿਆਨ ਸਾਚਾ ਥਾਨ ਤੀਰਥ। ਗੁਰ ਗਿਆਨ ਸਾਚਾ, ਗੁਰੂ ਦਾ ਗਿਆਨ ਸੱਚਾ ਕਰਨ ਵਾਲਾ ਹੈ। ਇਹ ਸਤ ਸੰਗਤ ਦਾ ਜਿਹੜਾ ਥਾਨ ਹੈ ਨਾ, ਇਹੀ ਤੀਰਥ ਹੈ। 10 ਪੁਰਬ ਸਦਾ ਦਸਾਹਰਾ। ਦਸਾਹਰਾ ਕਹਿੰਦੇ ਆ ਜੀ, ਸਾਲ ਦੇ ਵਿੱਚ ਇੱਕ ਦਿਨ ਆਉਂਦੇ ਆ, ਤੇ ਸਾਲ ਦੇ 10 ਦਿਨ, ਜਿਹਦੇ ਵਿੱਚ ਹੈ ਜੀ ਪੂਰਨਮਾਸ਼ੀ ਹੈ, ਮਸਿਆ ਹੈ, ਸੰਗਰਾਂਦ ਹੈ, ਉੱਤਰੀਕਰਨ ਹੈ, ਦੱਖੀਕਰਨ ਹੈ, ਇਸ ਰੂਪ ਦੇ ਵਿੱਚ। ਤੇ ਗ੍ਰਹਿਣ, ਚੰਦਰਮਾ ਗ੍ਰਹਿਣ ਦਾ ਇਸ਼ਨਾਨ ਹੈ, ਸੂਰਜ ਗ੍ਰਹਿਣ ਦਾ ਇਸ਼ਨਾਨ ਹੈ। ਇਹਨੂੰ ਦਸਾਹਰਾ ਕਿਹਾ। ਤੇ ਇਹ 10 ਪਾਪਾਂ ਦੇ ਨਾਸ਼ ਕਰਨ ਲਈ ਕੀਤਾ ਜਾਂਦਾ ਹੈ।
ਪਰ ਸਰੀਰ ਭੋਗ ਦਾ ਪਾਪ ਹੈ, ਇਹਦੇ ਲਈ ਇਸ਼ਨਾਨ ਹੁੰਦਾ। ਚੋਰੀ ਦੇ ਪਾਪ ਲਈ ਮਾੜਾ ਬਚਨ ਬੋਲਣ ਦਾ ਪਾਪ ਹੈ। ਇਸ ਰੂਪ ਦੇ ਵਿੱਚ ਇਹ 10 ਪਾਪ ਨੇ ਜਿਨ੍ਹਾਂ 10 ਪਾਪਾਂ ਦੀ ਖਲਾਸੀ ਕਰਾਉਣ ਵਾਸਤੇ ਸਾਡੀ ਧਰਤੀ ਦੇ ਲੋਕ ਤੀਰਥਾਂ ਦੇ ਇਸ਼ਨਾਨ ਨੂੰ ਜਾਂਦੇ ਸੀ। ਉਹ ਜਾਂਦੇ ਸੀ ਜੀ ਪ੍ਰਯਾਗ, ਜਿੱਥੇ 3 ਨਦੀਆਂ ਦਾ ਸੰਗਮ ਹੈ, ਗੰਗਾ, ਜਮਨਾ ਅਤੇ ਸਰਸਵਤੀ। ਮਹਾਰਾਜ ਜੀ ਕਹਿੰਦੇ ਛੱਡੋ ਕਿੱਥੇ ਜਾਣ ਲਈ, ਅਸੀਂ ਤੁਹਾਨੂੰ ਸੱਚਾ ਥਾਂ ਦਿੰਦੇ ਹੈ ਜਿੱਥੇ ਇਹਨਾਂ ਤਿੰਨਾਂ ਦਾ ਮਿਲਾਪ ਜਿਹੜਾ ਹੈ ਗੰਗਾ, ਜਮਨਾ ਅਤੇ ਤ੍ਰਿਵੈਣੀ ਦਾ ਫਲ ਮਿਲੇਗਾ, ਇਸ ਤੋਂ ਵੱਧ ਮਿਲੇਗਾ। ਉਹ ਹੈ ਗੁਰਗਿਆਨ ਸਾਚਾ ਤਾਂ ਥਾਨ ਤੀਰਥ 10 ਪੁਰਬ ਸਦਾ ਦਸਹਰਾ। ਦਸਹਰਾ ਤੇ ਸਾਲ 'ਚ ਇੱਕ ਵਾਰੀ ਆਉਂਦਾ ਹੈ। ਸਦਾ ਹੀ ਗੁਰੂ ਕੇ ਸਿੱਖ ਦਾ ਸੰਗਤ ਵਿੱਚ ਬੈਠਣਾ ਸਦਾ ਹੀ ਦਸਹਰਾ ਹੈ, ਸਦਾ ਹੀ ਹਰ ਕਿਸਮ ਦੇ ਪਾਪਾਂ ਦੀ ਖਲਾਸੀ ਹੈ। ਹਉ ਨਾਮ ਹਰ ਕਾ ਸਦਾ ਜਾਚੋਂ। ਮੈਨੂੰ ਹੁਣ ਪ੍ਰਭੂ ਦਾ ਨਾਮ ਹੀ ਚੰਗਾ ਲੱਗਦਾ, ਮੈਂ ਉਹੀ ਮੰਗਦਾ। ਦੇਹ ਪ੍ਰਭ ਧਰਣੀ ਧਰਾ। ਧਰਣੀ ਕਹਿੰਦੇ ਧਰਤੀ, ਧਰਤੀ ਨੂੰ ਆਸਰਾ ਦੇਣ ਵਾਲੇ ਪ੍ਰਭੂ ਮੈਨੂੰ ਸੰਗਤ ਦਾ ਤੀਰਥ ਬਖਸ਼ੋ, ਮੈਨੂੰ ਇਹੀ ਨਾਮ ਚੰਗਾ ਲੱਗਦਾ ਹੈ ਜੀ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ। ਸੰਸਾਰ ਸਾਰਾ ਰੋਗੀ ਹੈ ਜੀ, ਕਈ ਰੂਪ ਦੇ ਵਿੱਚ। ਸਭ ਤੋਂ ਡਾਢਾ ਰੋਗ ਜਿਹੜਾ ਹੈ ਜੀ ਮਨੋ ਰੋਗ ਦਾ ਹੈ। ਮਹਾਰਾਜ ਉਹਦਾ ਜ਼ਿਕਰ ਕਰਦੇ ਆ, ਸੰਸਾਰ ਰੋਗੀ ਨਾਮ ਦਾਰੂ। ਮਨੋ ਰੋਗ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਅੰਦਰ ਸਿਰਜਣੇ ਸ਼ੁਰੂ ਹੋ ਜਾਂਦੇ, ਤਾਨੇ ਪੇਟੇ ਵਿਚਾਰਾਂ ਦਾ, ਖਿਆਲਾਂ ਦੇ। ਬੰਦਾ ਕਹਿੰਦਾ ਫਿਰ ਕਈ ਤਰ੍ਹਾਂ ਦੇ ਵਹਿਮ ਭਰਮ ਪਾਲ ਲੈਂਦਾ, ਚਲੋ ਉੱਧਰ ਚਲਦੇ ਹਾਂ, ਉੱਧਰ ਦੇ ਇਸ਼ਨਾਨ ਕਰ ਲਈਏ, ਉੱਧਰ ਦੇ। ਮਹਾਰਾਜ ਕਹਿੰਦੇ ਪਰ ਇਸ ਤਾਨੇ ਪੇਟੇ ਦੇ ਮਨ ਨੇ ਉਲਝਾ ਕੇ ਇੰਨਾ ਰੱਖ ਦਿੱਤਾ, ਇਹ ਮਨ ਨੂੰ ਇਹ ਖਿਆਲ ਹੀ ਨਹੀਂ ਆਇਆ ਕਿ ਸੰਗਤ ਦਾ ਇਸ਼ਨਾਨ ਵੀ ਕਰਾਈਏ ਜੀ। ਕਿਤੇ ਸੰਗਤ ਦੇ ਵਿੱਚ ਜਪ ਜਾਪ ਕਰ ਲਈਏ ਬਹਿ ਕੇ, ਕਿਤੇ ਸੰਗਤ ਦਾ ਸੰਗ ਕੀਰਤੀ ਗਾ ਲਈਏ। ਸੰਸਾਰ ਰੋਗੀ ਨਾਮ ਦਾਰੂ, ਨਾਮ ਦਵਾ ਹੈ। ਮੈਲ ਲਾਗੈ ਸੱਚ ਬਿਨਾ। ਸੱਚ ਤੋਂ ਬਿਨਾ ਜੋ ਮਰਜ਼ੀ ਕਰੀਏ ਮੈਲ ਹੀ ਮਨ ਨੂੰ ਚਿੰਬੜਦੀ ਹੈ। ਗੁਰਵਾਕ ਨਿਰਮਲ। ਵਾਕ ਆਪਾਂ ਹੁਕਮਨਾਮੇ ਨੂੰ ਵੀ ਕਹਿੰਦੇ ਆ, ਗੁਰੂ ਦੇ ਸ਼ਬਦ ਨੂੰ ਵੀ ਕਹਿੰਦੇ ਆ। ਗੁਰੂ ਤੋਂ ਦੇ ਮੁਖ ਤੋਂ ਨਿਕਲਿਆ ਹੋਇਆ ਪੂਰਨ ਬਚਨ ਵਾਕ ਹੈ ਜੀ। ਗੁਰੂ ਦਾ ਵਾਕ, ਗੁਰੂ ਦਾ ਸ਼ਬਦ ਮਨ ਨੂੰ ਨਿਰਮਲ ਕਰਨ ਵਾਲਾ ਹੈ। ਸਦਾ ਚਾਨਣ, ਅੰਦਰ ਵਹਿਮਾਂ ਭਰਮਾਂ ਦੇ ਹਨੇਰਿਆਂ ਤੋਂ ਚਾਨਣ ਰੂਪ ਦੇ ਵਿੱਚ ਲੈ ਕੇ ਜਾਣ ਵਾਲਾ ਹੈ। ਨਿਤ ਸਾਚ ਤੀਰਥ ਮਜਨਾ। ਇਹ ਸਦਾ ਹੀ ਸੱਚਾ ਤੀਰਥ ਹੈ, ਮਨ ਦਾ ਇਸ਼ਨਾਨ, ਮਨ ਨੂੰ ਮੱਜਨ ਕਰਨ ਵਾਲਾ ਹੈ ਜੀ। ਸਾਚ ਨਾ ਲਾਗੈ ਮੈਲ, ਕਿਆ ਮਲ ਧੋਈਐ। ਗੁਣ ਹੈ ਹਾਰ ਪਰੋਏ, ਕਿਸ ਕਾ ਰੋਈਐ। ਤੇ ਸਾਧ ਸੰਗਤ ਜੀ ਤੁਹਾਨੂੰ ਕਿਹੜੀ ਮੈਲ ਲੱਗ ਸਕਦੀ ਹੈ? ਗੁਰੂ ਸਾਹਿਬ ਕਹਿੰਦੇ ਤੁਹਾਨੂੰ ਕੋਈ ਮੈਲ ਨਹੀਂ ਲੱਗ ਸਕਦੀ। ਤੁਸੀਂ ਤੇ ਸੰਗਤ ਤੀਰਥ ਦੇ ਵਿੱਚ ਨਿਤ ਇਸ਼ਨਾਨ ਕਰਦੇ ਹੋ, ਸਾਚ ਨਾ ਲਾਗੈ ਮੈਲ, ਕਿਆ ਮਲ ਧੋਈਐ। ਤੁਸੀਂ ਕੀ ਧੋਣ ਜਾਓਗੇ? ਤੁਹਾਡੇ ਅੰਦਰ ਤੇ ਮਨ ਪਵਿੱਤਰ ਕਰ ਦਿੱਤੇ ਗੁਰੂ ਦੇ ਸ਼ਬਦ ਤੇ ਗੁਰੂ ਦੇ ਨਾਮ ਨੇ। ਤੇ ਦੂਸਰਾ ਤੁਹਾਡੇ ਕੋਲ ਕਿਹੜਾ ਗੁਣ ਹੈ? ਗੁਣੈ ਹਾਰ ਪਰੋਏ, ਕਿਸ ਕਹੋ ਰੋਈਐ। ਤੁਸੀਂ ਤੇ ਗੁਣਾਂ ਦਾ, ਗੁਰੂ ਦੇ ਗੁਣਾਂ ਦਾ ਹਾਰ ਆਪਣੇ ਗਲ ਦੇ ਵਿੱਚ ਪਾ ਲਿਆ। ਤੇ ਅਸੀਂ ਕਿਹਦੇ ਅੱਗੇ ਜਾ ਕੇ ਰੋਈਏ ਕਿ ਹਾਏ ਸਾਡੇ ਪਾਪ ਬਖਸ਼ੇ ਜਾਣ। ਜਿਹੜੀ ਗੁਰੂ ਕੀ ਸੰਗਤ ਵਿੱਚ ਆਉਂਦਾ ਉਹਨੂੰ ਗੁਣ ਦੇ ਹਾਰ ਵੀ ਮਿਲਦੇ ਨੇ ਤੇ ਉਹਦਾ ਅੰਦਰ ਦਾ ਮਨ ਨਿਰਮਲ ਹੁੰਦਾ ਹੈ ਜੀ। ਵਿਚਾਰ ਮਾਰੈ ਤਰੈ ਤਾਰੈ, ਦੁਖ ਕਿਲ ਵਿਖ ਪਰ ਹਰੇ। ਵਿਚਾਰ ਮਾਰੈ ਤਰੈ, ਵਿਚਾਰ ਮਾਰੈ ਤਰੈ ਤਾਰੈ, ਉਲਟ ਜੋਨ ਨਾ ਆਵੇ। ਆਪ ਪਾਰਸ ਪਰਮ ਧਿਆਨੀ, ਸਾਚ ਸਾਚੇ ਪਾਵੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਵੇਂ ਤ੍ਰਿਵੈਣੀ 'ਚ ਚਲੇ ਜਾਓ ਤੇ ਭਾਵੇਂ 68 ਤੀਰਥ ਦਾ ਇਸ਼ਨਾਨ ਕਰ ਲਈਏ, ਗੱਲ ਤੇ ਅੰਦਰ ਦੇ ਫੁਰਨਿਆਂ ਚਿੰਤਾ ਦੇ ਮਰਨ ਦੀ ਹੈ। ਉਹ ਜਾ ਕੇ 2-3 ਦਿਨ ਤੇ ਭੁੱਲ ਸਕਦੇ ਹਾਂ ਅਸੀਂ, ਪਰ ਵਾਪਸ ਆ ਕੇ ਉਹੀ ਗੇੜ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸੰਗਤ 'ਚ ਰੋਜ਼ ਆਓ, ਜਿਹੜੇ ਆ ਮਨ ਨੂੰ ਤੰਗ ਕਰਨ ਵਾਲੇ ਫੁਰਨੇ ਨੇ ਨਾ, ਇਹ ਮਰ ਜਾਣਗੇ। ਇਹ ਬਿਲਕੁਲ ਸੱਚੀ ਮੁੱਚੀ ਐ ਨੇਸ ਤੋਂ ਨਾਬੂਦ ਕਰ ਦੇਗਾ ਗੁਰੂ ਕਾ ਸ਼ਬਦ, ਇਹਨਾਂ ਨੂੰ ਬਹੁਤ ਡੂੰਘਾ ਦਫਨ ਕਰ ਦੇਗਾ। ਇਹ ਮਨ ਤਰ ਜਾਏਗਾ। ਇਹ ਹੈ ਅਸਲ ਗੁਰੂ ਕੀ ਸੰਗਤ ਦਾ ਤੀਰਥ। ਵਿਚਾਰ ਮਾਰੈ ਤਰੈ ਤਾਰੈ, ਭਵ ਸਾਗਰ ਨੂੰ ਪਾਰ ਤਾਰਨ ਵਾਲਾ ਹੈ। ਉਲਟ ਜੋਨ ਨਾ ਆਵੇ, ਫਿਰ ਮੁੜ ਕੇ ਜੋਨੀਆਂ ਦੀ ਗੇੜ ਨਹੀਂ ਹੈ। ਆਪ ਪਾਰਸ ਪਰਮ ਧਿਆਨੀ, ਜਿਹੜਾ ਰੋਜ਼ ਆਉਂਦਾ ਹੈ ਉਹ ਪਾਰਸ ਬਣ ਜਾਂਦਾ ਹੈ। ਆਪ ਵੀ ਅਸੀਂ ਕਹਿੰਦੇ ਕਿ ਗੁਰ ਪਾਰਸ ਹਮ ਲੋ, ਪਰ ਗੁਰੂ ਕਹਿੰਦੇ ਉਹ ਸਿੱਖ ਵੀ ਪਾਰਸ ਬਣ ਜਾਂਦਾ, ਕਿਉਂਕਿ ਉਹਦੀ ਸੁਰਤ ਸਭ ਤੋਂ ਉੱਚੀ ਹੋ ਜਾਂਦੀ ਹੈ। ਇਹਨੂੰ ਕਿਹਾ ਪਰਮ ਧਿਆਨੀ।
ਗੁਰੂ ਨੇ ਆਪ ਸੰਗਤਾਂ ਨੂੰ ਭਰਮ ਧਿਆਨੀ ਆਖਿਆ। ਸਾਚ ਸਾਚੇ ਭਾਵੇ, ਉਹਦੇ ਮਨ ਦੇ ਵਿੱਚ ਸਿਰਫ ਸੱਚਾ ਹੀ, ਸੱਚੇ ਦਾ ਨਾਮ ਹੀ ਚੰਗਾ ਲੱਗਦਾ ਹੈ ਜੀ। ਆਨੰਦ ਅਨ ਦਿਨ ਹਰਖ ਸਾਚਾ, ਦੁਖ ਕਿਲ ਵਿਖ ਪਰ ਹਰੇ। ਸਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸਚ ਮਨੀ। ਸੰਗਤ ਵਿੱਚ ਆ ਕੇ ਫਿਰ ਹਰ ਕੀ ਹਰਕ ਹੈ, ਖੁਸ਼ੀ ਖੁਸ਼ੀ ਹੈ, ਸੋਗ ਨਹੀਂ ਹੈ। ਫਿਰ ਆਨੰਦ ਅਨ ਦਿਨ ਹਰਕ ਸਾਚਾ, ਸੁਖ ਹੀ ਸੁਖ ਹੈ, ਮਹਾਰਾਜ ਜੀ ਦੀ ਕਿਰਪਾ ਹੈ। ਦੁਖ ਕਿਲਵਿਕ ਪਰ ਹਰੇ, ਦੁੱਖ ਦਾ ਡੇਰਾ ਹੀ ਨਾਸ਼ ਹੋ ਜਾਂਦਾ, ਪਰੇ ਰਹਿ ਜਾਂਦੇ ਹੈ। ਸਚ ਨਾਮ ਪਾਇਆ ਗੁਰ ਦਿਖਾਇਆ, ਗੁਰੂ ਨੇ ਐਸਾ ਨਾਮ ਦਿਖਾ ਦਿੱਤਾ। ਮੈਲ ਨਾਹੀ ਸੱਚ ਮਨੇ, ਉਸ ਮਨ ਦੇ ਵਿੱਚ ਕੋਈ ਮੈਲ ਨਹੀਂ ਚਿੰਬੜ ਸਕਦੀ, ਭਾਵੇਂ ਸਾਰਾ ਦਿਨ ਵੀ ਉਹ ਵਿਕਾਰੀਆਂ ਦੇ ਵਿੱਚ ਫਿਰਦਾ ਤੁਰਦਾ ਫਿਰੇ, ਪਰ ਗੁਰੂ ਕੀ ਸੰਗਤ ਦੇ ਵਿੱਚ ਆ ਕੇ ਜਿਹੜਾ ਮਨ ਨੂੰ ਨਿਰਮਲ ਕਰ ਦਿੰਦਾ ਨਾ, ਮਹਾਰਾਜ ਉਸ ਮਨ ਦੀ ਅਵਸਥਾ ਨੂੰ ਸੱਚ ਮਨੇ ਆਖਦੇ ਹੈ ਕਿ ਉਹਦਾ ਮਨ ਹੀ ਇਕੱਲਾ ਮਨ ਨਹੀਂ ਰਿਹਾ, ਇਹ ਮਨ ਸੱਚ ਮਨੇ ਹੋ ਗਿਆ। ਨਾਨਕ ਸੱਚ ਨੂੰ ਮਿਲ ਕੇ ਉਹਦਾ ਮਨ ਸੱਚ ਮਨੇ ਹੋ ਗਿਆ, ਔਰ ਉਹ ਮੈਲਾ ਨਹੀਂ ਹੁੰਦਾ ਜੀ। ਸੰਗਤ ਮੀਤ ਮਿਲਾਪ ਪੂਰਾ ਨਾਮਣੋ, ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ। ਸੰਗਤ ਤੇ ਗੁਰੂ ਮਿੱਤਰ ਦਾ ਮਿਲਾਪ ਪੂਰਾ ਨਾਵਣੋ, ਇਹ ਪੂਰਨ ਇਸ਼ਨਾਨ ਹੈ ਤੀਰਥ ਦਾ। ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ, ਗਾ ਗਾ ਕੇ ਜਿੰਨਾ ਚਿਰ ਤੱਕ ਸ਼ਬਦ ਸੋਹਣਾ ਨਾ ਲੱਗੇ ਉਹਨਾਂ ਚਿਰ ਤੱਕ ਪ੍ਰਭੂ ਦੀ ਸਿਫਤ ਸਲਾਹ ਗਾਈਏ, ਤੇ ਗਾ ਗਾ ਕੇ ਜਦ ਸ਼ਬਦ ਸੋਹਣਾ ਲੱਗੇਗਾ ਤੇ ਇਹ ਨਹਾਉਣਾ ਪ੍ਰਵਾਨ ਹੈ ਜੀ। ਸਲਾਹ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ। ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾ ਸੰਗਮ ਸਤ ਸਤੀ। ਬਾਹਰ ਦੀ ਵਿਦਿਆ ਮੈਂ ਫਿਰ ਜ਼ਿਕਰ ਕਰਾਂ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਕਈ ਹੈਗੇ ਬਹੁਤ ਅੱਛੇ ਤੋਂ ਚੰਗੇ ਵੀ ਹੈਗੇ, ਪਰ ਜ਼ਿਆਦਾਤਰ ਇਸ ਬਾਹਰ ਦੀ ਵਿਦਿਆ ਨੇ ਨੁਕਸਾਨ ਜ਼ਿਆਦਾ ਕਰ ਦਿੱਤਾ ਸਾਡਾ। ਇਹ ਨਹੀਂ ਕਿ ਹੁਣ ਮੈਂ ਕਹਾਂ ਕਿ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਛੱਡ ਜਾਈਏ ਜੀ, ਰੱਜ ਰੱਜ ਕੇ ਪੜ੍ਹਾਓ। ਵੀ ਹੈਵ ਟੂ ਕ੍ਰੀਏਟ ਅ ਥਿੰਕ ਟੈਂਕ। ਅੱਜ ਸਾਡੇ ਬੱਚੇ ਵਪਾਰੀ ਤੇ ਬਹੁਤ ਬਣਦੇ ਜਾ ਰਹੇ ਨੇ, ਬੇਫਿਕਰ ਹੈ, ਕੋਈ ਨਹੀਂ ਸਾਡੀ ਕੁਰਸੀ ਤੇ ਬਹਿ ਜਾਏਗਾ, ਦੁਕਾਨ ਤੇ ਬਹਿ ਜਾਏਗਾ, ਬਿਜ਼ਨਸ ਸਾਂਭ ਲੇਗਾ। ਨਹੀਂ, ਸਿੱਖੋ, ਬਿਜ਼ਨਸ ਵੀ ਸਾਂਭੇਗਾ, ਮੁਬਾਰਕ ਹੈ, ਪਰ ਥਿੰਕ ਟੈਂਕ ਕ੍ਰੀਏਟ ਕਰੋ, ਐਡੂਕੇਸ਼ਨ ਵੱਧ ਤੋਂ ਵੱਧ ਦਿਓ। ਪੜ੍ਹਾਈ ਹੋਣੀ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ। ਸਾਡੀ ਬਦਕਿਸਮਤੀ ਹੈ, ਅੱਜ ਅਸੀਂ ਗਿਣਨ ਬੈਠੀਏ ਨਾ, ਕਿੰਨੀਆਂ ਦਸਤਾਰਾਂ ਨੇ ਜਿਹੜੀਆਂ ਅੱਜ ਲਾਇਰਸ ਨੇ, ਕਿੰਨੀਆਂ ਦਸਤਾਰਾਂ ਨੇ ਜਿਹੜੇ ਅੱਜ IAS IPS ਆਫਿਸਰਸ ਨੇ, ਕਿੰਨੀਆਂ ਦਸਤਾਰਾਂ ਨੇ ਜਿਹੜੀਆਂ ਅੱਜ ਡਾਕਟਰਸ ਨੇ, ਬਹੁਤ ਵਿਰਲੀਆਂ ਦਿਖਦੀਆਂ ਨੇ। ਕਦੀ ਉਹ ਸਮਾਂ ਹੁੰਦਾ ਸੀ ਜਦ ਦਸਤਾਰਾਂ ਦਿਸਦੀਆਂ ਸੀ, ਕਈ ਰੂਪ ਦੇ ਵਿੱਚ ਕਿਹਾ ਜਾਂਦਾ। ਮੈਂ ਹੁਣ ਕਸ਼ਮੀਰ ਗਿਆ ਅਤੇ ਬਹੁਤੀ ਗੱਲ ਨਹੀਂ, ਮੈਨੂੰ ਇਹ ਸੁਣਨ ਨੂੰ ਆਇਆ, ਕਹਿੰਦੇ ਡਾਕਟਰ ਸਾਹਿਬ ਯੂ ਆਰ ਦਾ ਓਨਲੀ ਟਰਬਨ ਇਨ ਦਾ ਹੋਲ ਵੈਲੀ। ਮੈਂ ਝੰਜੋੜਿਆ ਗਿਆ ਕਿ ਇਹ ਥਾਂ ਸਿੱਖ ਰਾਜ ਦਾ ਥਾਂ ਸੀ, ਅਤੇ ਅੱਜ ਇਹ ਸੁਣਨ ਆ ਰਿਹਾ ਕਿ ਯੂ ਆਰ ਦਾ ਓਨਲੀ ਟਰਬਨ, ਕਿ ਤੁਸੀਂ ਇੱਕ ਇਕੱਲੀ ਪੱਗ ਹੋ ਜਿਹੜੀ ਸਿੱਖ ਸਟੱਡੀਜ਼ ਦੀ ਗੱਲ ਕਰਨ ਆਏ ਹੋ ਇੱਥੇ। ਮਤਲਬ ਕਿਹਾ ਤੇ ਉਹਨਾਂ ਨੇ ਮੈਨੂੰ ਡਰਾਵੇ ਕਰਕੇ ਸੀ ਕਿ ਸਮਝਿਓ। ਫਿਰ ਮੈਂ ਹਲੂਣਿਆ ਗਿਆ ਕਿ ਵਾਕਈ ਜਿਹੜਾ ਥਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੂਹ। ਪਰ ਬਾਕੀ ਗੱਲਾਂ ਦੀਆਂ ਗੱਲਾਂ, ਇੱਕ ਗੱਲ ਇਹ ਸਤਿਗੁਰੂ ਜੀ ਸਮਝਾਉਣ ਦੀ ਬੜੀ ਕੋਸ਼ਿਸ਼ ਕਰਦੇ ਆ ਬਾਰੰਬਾਰ। ਇੱਕ ਬਾਹਰ ਦੀ ਵਿਦਿਆ ਮੁਬਾਰਕ ਹੈ ਜੀ, ਰੱਜ ਰੱਜ ਕੇ ਲੋ। ਗੁਰੂ ਅੰਗਦ ਸਾਹਿਬ ਜੀ ਨੇ ਪੜ੍ਹਾਈ ਹੈ। ਗੁਰੂ ਅੰਗਦ ਸਾਹਿਬ ਜੀ 35 ਪੜ੍ਹਾਉਂਦੇ ਸੀ, ਹਮਾਯੂ ਲਾਗੇ ਆ ਕੇ ਬਹਿ ਗਿਆ ਸੀ। ਗੁਰੂ ਵਰਗਾ ਟੀਚਰ ਕੌਣ ਹੋ ਸਕਦਾ ਹੈ? ਬੱਚੇ ਪੜ੍ਹ ਰਹੇ ਨੇ, ਗੁਰੂ ਪੜ੍ਹਾ ਰਹੇ ਨੇ, ਦੇਸ਼ ਦਾ ਬਾਦਸ਼ਾਹ ਆ ਕੇ ਬਹਿ ਗਿਆ ਜੀ। ਅਤੇ ਗੁਰੂ ਸਾਹਿਬ ਨੇ ਰੰਚਕ ਨਜ਼ਰ ਘੁਮਾ ਕੇ ਨਹੀਂ ਵੇਖੀ, ਕਿਉਂਕਿ ਪੜ੍ਹਾਈ ਵੱਡੀ ਹੈ, ਵਿਦਿਆ ਵੱਡੀ ਹੈ। ਅਤੇ ਹਮਾਯੂ ਨੇ ਕਿਰਪਾਨ ਨੂੰ ਹੱਥ ਪਾ ਲਿਆ ਸੀ ਅੱਧੇ ਘੰਟੇ ਬਾਅਦ, ਕਿ ਦੇਸ਼ ਦਾ ਬਾਦਸ਼ਾਹ ਬੈਠਾ ਹੋਏ ਅਤੇ ਕੋਈ ਪਰਵਾਹ ਨਾ ਕਰੇ। ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਕਿ ਹਮਾਯੂ, ਜਿੱਥੇ ਤੇਰੀ ਤਲਵਾਰ ਚੱਲਣੀ ਚਾਹੀਦੀ ਸੀ ਉੱਥੇ ਤੇ ਖੁੰਡੀ ਪੈ ਗਈ, ਅਤੇ ਇੱਥੇ ਆ ਕੇ ਤੂੰ ਹੁਣ ਭਗਤਾਂ ਗੁਰੂਆਂ ਦੇ ਅੱਗੇ ਤਲਵਾਰਾਂ ਕੱਢਦਾ। ਉਹ ਬੜਾ ਮਾਯੂਸ ਹੋ ਕੇ ਗਿਆ ਸੀ, ਕਿਉਂਕਿ ਸ਼ੇਰ ਸ਼ਾਹ ਸੂਰੀ ਦੇ ਅੱਗੇ ਹਾਰ ਖਾ ਕੇ ਆਇਆ ਸੀ ਉਹ। ਤਾਂ ਗੁਰੂ ਸਾਹਿਬ ਨੇ ਉਹਨੂੰ ਬਚਨ ਕਿਹਾ। ਇਹ ਵਿਦਿਆ ਦੀ ਜਿਹੜੀ ਦਾਤ ਹੈ ਨਾ, ਸਾਡੇ ਘਰ ਦੀ ਬੜੀ ਮਹਿੰਗੀ ਦਾਤ ਹੈ। ਇਹ ਹੋਰ ਕਿਸੇ ਘਰ ਦੇ ਵਿੱਚ ਨਹੀਂ ਆਈ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆਈ ਹੈ। ਆ ਤੁਸੀਂ ਪੜ੍ਹ ਹੀ ਰਹੇ ਹੋ, ਆ ਵਿਦਿਆ ਹੀ ਕਰ ਰਹੇ ਹਾਂ ਅਸੀਂ, ਵਿਦਿਆ ਦੀ ਪ੍ਰਾਪਤੀ ਹੈ ਦਿਨ ਰਾਤ। ਇੱਥੋਂ ਮੁਨਕਰ ਨਹੀਂ ਹੈ। ਸਾਲਾਹੇ ਸਾਚੇ ਮਨ, ਜਿਹੜਾ ਪੜ੍ਹਦਾ ਵੀ ਹੈ ਅਤੇ ਨਾਲ ਸਿਫਤ ਸਲਾਹ ਵੀ ਕਰਦਾ, ਉਹਦਾ ਮਨ ਸੱਚਾ ਹੁੰਦਾ ਹੈ। ਅਤੇ ਇਸ ਵਿਦਿਆ ਤੋਂ ਬਿਨਾਂ ਨਾ, ਆਹ ਵਾਲੀ ਵਿਦਿਆ ਤੋਂ ਬਿਨਾਂ,
ਆ ਗੁਰ ਚਟਸਾਲ ਤੋਂ ਬਿਨਾ ਸਤਿਗੁਰ ਕਿ ਇਹ ਸਤਿਗੁਰ ਦੇ ਸਨਮੁਖ ਬੈਠਣ ਤੋਂ ਬਿਨਾ ਪੁੰਨ ਦਾਨ ਦਇਆ ਮਤੇ ਇਹ ਨਹੀਂ ਆ ਸਕਦਾ। ਇਹ ਗੁਰੂ ਕੋਲ ਬੈਠਾਂਗੇ ਤੇ ਸਾਡੇ ਬੱਚਿਆਂ ਦੇ ਵਿੱਚ ਆਏਗਾ। ਪੁੰਨ ਕੀ ਹੈ, ਦਾਨ ਕੀ ਹੈ, ਦਇਆ ਵਾਲੀ ਮਤ ਕੀ ਹੈ। ਫਿਰ ਸੰਗ ਭਾਵੈ ਸਹਿਜ ਨਾਵੈ, ਉਹ ਪ੍ਰਭੂ ਦੇ ਸੰਗ ਦੇ ਵਿੱਚ ਬਿਲਕੁਲ ਜੁੜ ਜਾਂਦਾ ਹੈ। ਸਹਿਜ ਰੂਪ ਦੇ ਵਿੱਚ ਉਹ ਪ੍ਰਭੂ ਨੂੰ ਚੇਤੇ ਕਰਦਾ ਹੈ। ਬੇਣੀ ਤੇ ਸੰਗਮ ਸਤ ਸਤੇ, ਬੇਣੀ ਲਫ਼ਜ਼ ਬਣਿਆ ਤ੍ਰਿਬੇਣੀ ਤੋਂ। ਤ੍ਰਿਬੇਣੀ ਦਾ ਮਤਲਬ ਗੰਗਾ, ਜਮਨਾ ਤੇ ਸਰਸਵਤੀ, ਪ੍ਰਯਾਗ। ਇਹ ਇਲਾਹਾਬਾਦ ਦੀਆਂ 3 ਜਿਹੜੀ ਜਿੱਥੇ ਨਦੀਆਂ ਮਿਲਦੀਆਂ ਨੇ ਉਹਦਾ ਜ਼ਿਕਰ ਹੈ। ਪਰ ਮਹਾਰਾਜ ਕਹਿੰਦੇ ਆ ਉਹ ਇੱਕ ਪਾਸੇ ਹੈ, ਉਹ ਤੇ ਰਹੇ ਨਾ ਰਹੇ ਤੇ ਬਿਲਕੁਲ ਸਤਿਗੁਰੂ ਜੀ ਦਾ ਬਚਨ ਸੱਤ ਹੋ ਗਿਆ। ਅੱਜ ਸਰਸਵਤੀ ਸੁੱਕ ਗਈ ਹੈ, ਸਾਡੇ ਵਿੱਚੋਂ ਸਰਸਵਤੀ ਨਦੀ ਗਵਾਚ ਗਈ। ਅੱਜ ਕਿੱਥੇ ਗਈ ਸਰਸਵਤੀ ਪਤਾ ਹੀ ਨਹੀਂ। ਸਰਸਵਤੀ ਨਦੀ ਦੀ ਹੋਂਦ ਖਤਮ ਹੋ ਗਈ ਹੈ। ਇਹ ਸਾਡੇ ਲਈ ਪਾਣੀ ਦਾ ਵੀ ਖਤਰਾ ਹੈ ਜੀ। ਮੈਂ ਫਿਰ ਇੱਕ ਛੋਟਾ ਜਿਹਾ ਜ਼ਿਕਰ ਕਰਾਂ, ਭਾਵੇਂ ਸਮਾਂ ਇਜਾਜ਼ਤ ਨਹੀਂ ਦਿੰਦਾ। ਅਸੀਂ ਕੈਪੀਟਲਾਈਜੇਸ਼ਨ, ਗਲੋਬਲਾਈਜੇਸ਼ਨ, ਵੈਸਟਰਨਾਈਜੇਸ਼ਨ ਦੇ ਮਾਡਲ ਨੂੰ ਤੇ ਕਾਪੀ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਸੱਚਾਈ ਹੈ ਸਾਡੇ ਤੋਂ ਸਾਡਾ ਪੌਣ ਪਾਣੀ ਨਹੀਂ ਸੰਭਾਲਿਆ ਗਿਆ। ਅਸੀਂ ਆਪਣਾ ਪੌਣ ਪਾਣੀ ਗਰਕ ਕਰ ਦਿੱਤਾ। ਕੋਸ਼ਿਸ਼ ਤੇ ਕੀਤੀ ਉਹਦੇ ਵਰਗੇ ਬਣਨ ਦੀ, ਉਹਨਾਂ ਨੇ ਆਪਣਾ ਪੌਣ ਪਾਣੀ ਸਾਂਭ ਕੇ ਸਭ ਕੁਝ ਕਰ ਲਿਆ ਤੇ ਅਸੀਂ ਉਹਨਾਂ ਵਰਗੇ ਬਣਨ ਚੱਲੇ ਤੇ ਅਸੀਂ ਆਪਣਾ ਪੌਣ ਪਾਣੀ ਗਰਕ ਕਰ ਬੈਠੇ ਹਾਂ। ਨਾ ਸਾਡੇ ਕੋਲ ਚੰਗੀ ਪਵਨ ਰਹੀ ਹੈ ਤੇ ਨਾ ਸਾਡੇ ਕੋਲ ਚੰਗਾ ਪਾਣੀ ਰਿਹਾ। ਖੈਰ ਸੁਲਾ, ਇਹ ਵੀ ਜੇ ਗੁਰੂ ਦੇ ਮਾਰਗ ਤੇ ਕਿਤੇ ਅਸੀਂ ਸਹਿਜ ਚੱਲਦੇ ਤੇ ਸਾਨੂੰ ਸਮਝ ਆਉਂਦਾ। ਫਿਰ ਸੰਗ ਭਾਵੈ ਸਹਿਜ ਨਾਵੈ, ਸਹਿਜ ਰੂਪ 'ਚ ਮਨ ਦਾ ਇਸ਼ਨਾਨ ਕਰਾਉਂਦਾ। ਤ੍ਰਿਬੇਣੀ, ਬੇਣੀ ਜਿਹਨੂੰ ਕਿਹਾ, ਬੇਣੀ ਤੇ ਸੰਗਮ। ਤ੍ਰਿਬੇਣੀ ਦਾ ਜਿਹੜਾ ਸੰਗਮ ਹੈ, ਸਤ ਸਤੇ, ਉਹ ਸੰਗਤ ਦੇ ਵਿੱਚ ਬੈਠ ਕੇ ਸਤ ਸਤ ਆਖ ਦੇਣਾ, ਗੁਰੂ ਗੁਰੂ ਆਖ ਦੇਣਾ, ਉਹੀ ਹੈ ਜੀ। ਆਰਾਧ ਏਕ ਓੰਕਾਰ ਸਾਚਾ, ਨਿਤ ਦੇ ਚੜ੍ਹੈ ਸਵਾਇਆ, ਗਤ ਸੰਗ ਮੀਤਾ ਸੰਤ ਸੰਗਤ, ਕਰ ਨਦਰ ਮੇਲ ਮਿਲਾਇਆ। ਏਕ ਓੰਕਾਰ ਵਾਹਿਗੁਰੂ ਜੀ ਨੂੰ ਆਰਾਧੀਏ, ਉਹ ਸੱਚਾ ਹੈ, ਨਿਤ ਦੇ ਚੜ੍ਹੈ ਸਵਾਇਆ, ਜਿਹਦੀ ਰੰਗਤ ਨਾਮ ਦੀ ਸਦਾ ਹੀ ਚੜ੍ਹਦੀ ਹੈ, ਹਰ ਕਾਰਜ ਨੂੰ ਸਦਾ ਹੀ ਸਵਾਰ ਦਿੰਦੀ ਹੈ। ਉਹਦੀ ਕੀਤੀ ਹੋਈ ਭਗਤੀ ਗਤ ਸੰਗ ਮੀਤਾ ਸੰਤ ਸੰਗਤ, ਕਰ ਨਦਰ ਮੇਲ ਮਿਲਾਇਆ। ਉਸ ਪ੍ਰਭੂ ਦੀ ਸੰਗਤ ਗਤ ਕਰਨ ਵਾਲੀ ਹੈ। ਇਸ ਕਰਕੇ ਉਸ ਪ੍ਰਭੂ ਦੀ ਮਿੱਤਰ ਦੀ ਸੰਗਤ ਕਰੀਏ, ਜਿਹਦੀ ਸੰਗਤ ਦੇ ਵਿੱਚ ਕਿਤੇ ਪ੍ਰਭੂ ਦੀ ਨਦਰ ਹੋਏ ਤੇ ਅਸੀਂ ਵੀ ਪ੍ਰਭੂ ਦੇ ਵਿੱਚ ਮਿਲਾਪ ਵਾਲੀ ਬਿਰਤੀ ਤੇ ਤੁਰੀਏ ਜੀ। ਕਹਿਣ ਕਹੈ ਸਭ ਕੋਏ, ਕੇਵਡ ਆਖੀਐ, ਹਉ ਮੂਰਖ ਨੀਚ ਅਜਾਣ, ਸਮਝਾ ਸਾਖੀਐ। ਸਾਰੇ ਕਹਿੰਦੇ ਆ ਜੀ ਰੱਬ ਬਹੁਤ ਵੱਡਾ ਬਹੁਤ ਵੱਡਾ, ਪਰ ਕੇਵਡ ਆਖੀਐ। ਕੋਈ ਕਿਸ ਤਰ੍ਹਾਂ ਕਿੰਨਾ ਕੋਈ ਆਖ ਸਕਦਾ। ਸੁਣ, ਵੱਡਾ ਆਖੈ ਸਭ ਕੋਈ, ਕੇਵਡ ਵੱਡਾ ਡੀਠਾ ਹੋ। ਜੇ ਕੋਈ ਕਿਸੇ ਨੇ ਦੇਖਿਆ, ਕੋਈ ਨਹੀਂ ਕਹਿ ਸਕਦਾ। ਹਾਂ ਮੂਰਖ ਨੀਚ ਆ ਜਾਣ, ਸਮਝਾ ਸਾਖੀਐ। ਮੈਂ ਮੂਰਖ ਹਾਂ, ਨੀਚ ਹਾਂ, ਆ ਜਾਣ, ਪਰ ਮੈਂ ਪਤਾ ਕਿੰਨਾ ਕੁ ਸਮਝਿਆ ਤੇ ਕਿੱਥੋਂ ਸਮਝਿਆ। ਕਹਿੰਦੇ ਗੁਰੂ ਦੀ ਸਿੱਖਿਆ ਤੋਂ ਸਮਝਿਆ ਕਿ ਉਹ ਕਿੰਨਾ ਵੱਡਾ ਹੈ। ਇਸ ਕਰਕੇ ਸਮਝਾ ਸਾਖੀਆ, ਗੁਰੂ ਤੋਂ ਕੁਰਬਾਨਾ। ਇਹ ਗੁਰੂ ਦੀ ਸਿੱਖਿਆ ਨੇ ਮੈਨੂੰ ਇਹ ਸਮਝਾਇਆ ਹੈ ਜੀ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ, ਕੂਚ ਕਰੈ ਆਵੈ ਬਿਖਲਾਧੇ, ਸ਼ਬਦ ਸਚੈ ਗੁਰ ਮੇਰਾ। ਗੁਰੂ ਦੀ ਸਿੱਖਿਆ, ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਅੰਮ੍ਰਿਤ ਭਰਪੂਰ ਹੈ। ਇਸ ਕਰਕੇ ਜਿਹੜਾ ਭਾਖੀ ਬੋਲਦਾ ਹੈ ਉਹਦੇ ਵੀ ਰੋਮ ਰੋਮ ਦੇ ਅੰਦਰ ਅੰਮ੍ਰਿਤ ਖਿੜ ਪੈਂਦਾ ਹੈ। ਤਿਤ ਮਨ ਮਾਨਿਆ ਮੇਰਾ, ਮੇਰਾ ਮਨ ਮੰਨ ਗਿਆ ਕਿ ਇਸ ਰੂਪ 'ਚ ਮੈਂ ਜ਼ਿੰਦਗੀ ਬਤੀਤ ਕਰਾਂ ਜਿਵੇਂ ਗੁਰੂ ਆਖਦੇ ਨੇ। ਕੂਚ ਕਰਹਿ ਆਵਹਿ ਬਿਖਲਾਦੇ, ਸ਼ਬਦ ਸੱਚਾ ਗੁਰ ਮੇਰਾ। ਕਹਿੰਦੇ ਜਿਹੜੇ ਕੂਚ ਕਰਹਿ, ਇੱਥੇ ਆਉਂਦੇ ਤੇ ਆ, ਜਨਮ ਤੇ ਲੈਂਦੇ ਆ, ਸਾਰੀ ਜ਼ਿੰਦਗੀ ਮਾਇਆ ਦੇ ਵਿੱਚ ਬਿਤਾ ਦਿੰਦੇ ਆ। ਇੱਥੋਂ ਕੂਚ ਜਦ ਕਰਦੇ ਆ ਨਾ, ਕਹਿੰਦੇ ਮਾਇਆ ਦਾ ਬਿਖ ਹੀ, ਮਾਇਆ ਦੀਆਂ ਪੰਡਾਂ ਹੀ ਬਣ ਕੇ ਜਾਂਦੇ ਆ। ਜ਼ਹਿਰ ਬਿਖ ਭਾਵ ਜ਼ਹਿਰ ਦੀਆਂ ਪੰਡਾਂ ਲੈ ਕੇ ਜਾਂਦੇ ਆ, ਚੰਗਾ ਕੁਛ ਨਹੀਂ ਲੈ ਕੇ ਜਾਂਦੇ ਜੀ। ਇਹਨੂੰ ਹੀ ਸਤਿਗੁਰੂ ਜੀ ਕਹਿੰਦੇ ਕੂਚ ਕਰਹਿ ਆਵਹਿ ਬਿਖਲਾਦੇ। ਪਰ ਜਿਹੜੇ ਸ਼ਬਦ ਵਿੱਚ ਰੱਤੇ ਗਏ, ਸ਼ਬਦ ਸੱਚਾ ਗੁਰ ਮੇਰਾ, ਉਹਨੂੰ ਸੱਚਾ ਗੁਰੂ ਮੇਰਾ ਗੁਰੂ ਮਿਲ ਗਿਆ ਜੀ। ਆਖਣ ਟੋਟ ਨਾ ਭਗਤ ਭੰਡਾਰੀ, ਭਰਪੂਰ ਰਹਿਆ ਸੋਈ,
नानक साच कहे बेनंती मन मांझै सच सोई। जिन्ना मर्जी ਉਹਦੇ ਗੁਣਾਂ ਨੂੰ ਆਖੀਏ ਉਹਦੀ ਤੋਟ ਨਹੀਂ ਆਂਦੀ, ਗੁਣ ਘਟਦੇ ਨਹੀਂ ਹੈ। ਭਗਤ ਦਾ ਭੰਡਾਰ ਬਹੁਤ ਅਸੀਮ ਹੈ, ਸਦਾ ਹੀ ਭਰਪੂਰ ਰਹਿਣ ਵਾਲਾ ਹੈ। ਨਾਨਕ ਸਾਚ ਕਹੈ ਬੇਨੰਤੀ ਮਨ ਮਾਂਝੈ ਸੱਚ ਸੋਈ। ਬਾਹਰ ਦੇ ਤੀਰਥਾਂ ਦਾ ਇਸ਼ਨਾਨ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ ਉਹ ਪ੍ਰਵਾਨਨੀ। ਨਾਮ ਦਾ ਇਸ਼ਨਾਨ ਮਨ ਨੂੰ ਮਾਂਜਣਾ ਹੀ ਸੱਚਾ ਇਸ਼ਨਾਨ ਹੈ ਜੀ। ਤਨਾਸਰੀ ਮਹਿਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ। ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ। ਪ੍ਰਭੂ ਜੀ ਤੇਰੀ ਸਨਾਏ ਅਸਨਾਏ ਤੁਹਾਡੀ ਸਿਫਤ ਸਲਾਹ ਦੇ ਵਿੱਚ ਜੀਵਨ ਮਿਲਦਾ ਹੈ। ਮਨ ਆਨੰਦ ਹੈ ਜੀਓ, ਮਨ ਨੂੰ ਆਨੰਦ ਵੀ ਮਿਲਦਾ ਹੈ। ਸਾਚੋ ਸਾਚਾ ਨਾਮ ਗੁਣ ਗੋਬਿੰਦ ਹੈ ਜੀਓ। ਸੱਚੇ ਤੋਂ ਸੱਚਾ ਨਾਮ ਪ੍ਰਭੂ ਗੋਬਿੰਦ ਦਾ ਹੀ ਹੈ ਜੀ। ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ। ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ। ਗੁਰ ਗਿਆਨ ਅਪਾਰਾ, ਗੁਰੂ ਦਾ ਗਿਆਨ ਅਪਾਰ ਤੋਂ ਅਪਾਰ ਹੈ। ਕਿਸ ਰੂਪ 'ਚ? ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ। ਬਣਾਉਣ ਵਾਲਾ ਵੀ ਹੈ ਤੇ ਫਨਾ ਕਰਨ ਵਾਲਾ ਵੀ ਹੈ। ਜਿਸ ਦਿਨ ਸਾਡਾ ਪਰਵਾਣਾ ਆ ਜਾਏਗਾ, ਉਹਦਾ ਹੁਕਮ ਆ ਜਾਏਗਾ, ਉਸ ਵੇਲੇ ਸਾਨੂੰ ਇੱਥੋਂ ਜਾਣਾ ਹੀ ਪਏਗਾ। ਉਸ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ ਜੀ। ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ 부ਝਾਈ। ਨਾਨਕ ਸਾਹਿਬ ਅਗੰਮ ਅਗੋਚਰ ਜੀਵਾ ਸੱਚੀ ਨਾਈ। ਉਹ ਆਪ ਹੀ ਕਰਦੇ ਹੈ ਪ੍ਰਭੂ ਜੀ, ਆਪ ਹੀ ਕਰਕੇ ਵੇਖਦੇ ਨੇ। ਔਰ ਸਾਰੇ ਸਿਰ ਦੇ ਉੱਤੇ ਪ੍ਰਭੂ ਸਾਈਂ ਦਾ ਹੁਕਮ ਹੀ ਹੈ। ਆਪੇ ਹੀ ਸੁਰਤ ਬੁਝਾਉਂਦੇ ਨੇ, ਆਪੇ ਸੁਰਤ ਬੁਝਾਈ, ਮਤ ਆਪੇ ਹੀ ਦਿੰਦੇ ਨੇ, ਚੰਗੀ ਮਤ। ਨਾਨਕ ਸਾਹਿਬ ਅਗੰਮ ਅਗੋਚਰ ਜੀਵਾਂ ਸਾਚੀ ਨਾਈ। ਉਹ ਅਗੰਮ ਹੈ, ਅਗੋਚਰ ਹੈ, ਉਹਨੂੰ ਪਾਇਆ ਨਹੀਂ ਜਾ ਸਕਦਾ, ਉਹਦੇ ਅੰਤ ਦਾ ਪਾਰਾਵਾਰ ਨਹੀਂ ਹੈ। ਪਰ ਫਿਰ ਵੀ ਉਹਨੂੰ ਜਪ ਜਪ ਕੇ ਉਹਦੀ ਅਸਨਾਈ ਦੇ ਵਿੱਚ ਹੀ ਮੈਨੂੰ ਜੀਵਨ ਮਿਲਦਾ ਹੈ ਜੀ। ਤੁਮ ਸਾਰੇ ਅਵਰ ਨਾ ਕੋਏ ਆਇਆ ਜਾਏ ਸੀ ਜਿਉ। ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜਿਉ। ਤੁਹਾਡੇ ਵਰਗਾ ਕੋਈ ਨਹੀਂ ਹੈ। ਬਾਕੀ ਸਾਰਾ ਸੰਸਾਰ ਆਉਂਦਾ ਤੇ ਜਾਉਂਦਾ, ਪਰ ਤੁਸੀਂ ਨਹੀਂ ਆਉਂਦੇ ਜਾਉਂਦੇ। ਤੁਸੀਂ ਹੁਕਮ ਦੇ ਵਿੱਚ ਹੀ ਸਾਡਾ ਨਿਬੇੜਾ ਕਰਨਾ ਹੈ। ਤੇ ਅਸੀਂ ਸਾਡੇ ਭਰਮਾਂ ਨੂੰ ਜੇ ਤੁਸੀਂ ਮੇਟਣਾ ਤੇ ਆਪਣੇ ਹੁਕਮ 'ਚ ਹੀ ਮੇਟਣਾ। ਭਾਵ ਕਿ ਅਸੀਂ ਆਪਣੇ ਭਰਮਾਂ ਨੂੰ ਆਪਣੀ ਹੁਜਤ ਚਲਾਕੀਆਂ ਨਾਲ ਨਹੀਂ ਮੇਟ ਸਕਦੇ। ਇਹ ਪ੍ਰਭੂ ਦਾ ਹੁਕਮ ਹੀ ਹੋਏਗਾ ਤਾਂ ਅਸੀਂ ਭਰਮਾਂ ਵਹਿਮਾਂ ਤੋਂ ਬਾਹਰ ਨਿਕਲਾਂਗੇ ਜੀ। ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮਹਿ ਸਾਚ ਸਮਾਣਾ। ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ। ਮੁਬਾਰਕ ਹੈ ਉਹਨਾਂ ਗੁਰਸਿੱਖ ਜਨਾਂ ਨੂੰ ਜਿਨ੍ਹਾਂ ਨੇ ਅਕਥ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਅਕਥ ਦੀ ਵਿਚਾਰ ਹੀ ਭਰਮਾਂ ਦਾ ਨਾਸ਼ ਹੈ। ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮਹਿ ਸਾਚ ਸਮਾਣਾ। ਉਹ ਸੱਚ ਵਿੱਚ ਹੀ ਸੱਚਾ ਸਮਾ ਜਾਂਦਾ ਹੈ। ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ। ਆਪ ਹੀ ਉਹ ਸਾਨੂੰ ਪੈਦਾ ਕਰਦਾ ਹੈ, ਆਪ ਹੀ ਆਪਣੇ ਵਿੱਚ ਮਿਲਾ ਲੈਂਦਾ ਹੈ। ਜੋ ਕੁਛ ਵੀ ਹੈ ਉਸ ਪ੍ਰਭੂ ਦੇ ਹੁਕਮ ਵਿੱਚ ਹੀ ਹੈ। ਉਹਦੀ ਪਛਾਣ ਵੀ ਉਹਦੇ ਹੁਕਮ ਵਿੱਚ ਹੀ ਹੈ ਜੀ। ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ। ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ। ਸੱਚੀ ਵਡਿਆਈ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਤੂੰ ਮੇਰੇ ਮਨ ਦੇ ਲਈ ਅੰਤ ਦਾ ਸਖਾ ਮਿੱਤਰ ਹੈ। ਤਨ ਤੇ ਇੱਥੇ ਫਨਾ ਹੋ ਜਾਏਗਾ, ਪਰ ਮਨ ਦੇ ਨਾਲ ਸਿਰਫ ਔਰ ਸਿਰਫ ਤੂੰ ਹੀ ਜਾਏਗਾ ਪ੍ਰਭੂ। ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ। ਕੋਈ ਦੂਆ ਨਹੀਂ ਹੈ ਪ੍ਰਭੂ ਜੀ, ਤੁਹਾਡੇ ਨਾਲ ਹੀ, ਤੁਹਾਡੇ ਨਾਮ ਤੋਂ ਹੀ ਵਡਿਆਈ ਹੈ ਜੀ। ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜਿਉ। ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜਿਉ। ਤੂੰ ਇੱਕੋ ਹੀ ਸੱਚਾ ਹੈ, ਸਿਰਜਣਹਾਰ ਹੈ, ਅਲਖ ਹੈ, ਸਿਰੰਦਿਆਂ ਜਿਉ। ਸਾਰਿਆਂ ਨੂੰ ਸਿਰਜਣ ਵਾਲਾ ਹੈ। ਏਕ ਸਾਹਿਬ ਦੋ ਰਾਹ, ਇੱਕੋ ਹੀ ਸਾਹਿਬ ਹੈ ਪਰ ਰਾਹ ਤੂੰ ਦੋ ਬਣਾ ਦਿੱਤੇ।
ਲਿਵ ਧਾਤ ਦਾ ਬਣਾ ਦਿੱਤਾ, ਰਾਤ ਸਵੇਰ ਦਾ ਬਣਾ ਦਿੱਤਾ, ਪਿਆਰ ਨਫ਼ਰਤ ਦਾ ਬਣਾ ਦਿੱਤਾ, ਦੋਸਤ ਦੁਸ਼ਮਣ ਦਾ ਬਣਾ ਦਿੱਤਾ। ਉਸ ਦੂਜੇ ਰਾਹ ਦੇ ਵਿੱਚ ਵਾਦ ਵਧੰਦਿਆਂ ਜੀਓ ਅਸੀਂ ਕਲੇਸ਼ਾਂ ਨੂੰ ਵਧਾਈ ਜਾਂਦੇ ਹਾਂ। ਇਹ ਵੀ ਤੇਰਾ ਬਣਾਇਆ ਹੋਇਆ ਰਾਹ ਹੈ ਜਿਹਦੇ ਵਿੱਚ ਕਲੇਸ਼ ਵੱਧਦੇ ਨੇ ਜੀ। ਦੋਏ ਰਾਹ ਚਲਾਏ ਹੁਕਮ ਸਬਾਏ, ਜਨਮ ਮੁਆ ਸੰਸਾਰਾ, ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਪਾਰਾ। ਤੁਸੀਂ ਪ੍ਰਭੂ ਜੀ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ, ਕਲੇਸ਼ ਤੁਸੀਂ ਹੀ ਪੈਦਾ ਕੀਤੇ ਇਸ ਰੂਪ ਦੇ ਵਿੱਚ। ਸਤਿਗੁਰ ਜੀ ਇਹ ਕਹਿੰਦੇ ਆ, ਕਹਿੰਦੇ ਦੋਏ ਰਾਹ ਚਲਾਏ, ਦੂਜਾ ਰਾਹ ਵੀ ਤੁਸੀਂ ਚਲਾਇਆ ਦੋਨੋਂ। ਜੇ ਨਾ ਹੁੰਦਾ ਤੇ ਫਿਰ ਸਾਨੂੰ ਪ੍ਰੇਮ ਦੀ ਵੀ ਪ੍ਰਤੀਤ ਨਾ ਆਉਂਦੀ। ਨਫ਼ਰਤ ਹੈ ਤੇ ਪ੍ਰੇਮ ਦੀ ਅਸੀਂ ਸਾਰ ਜਾਣਦੇ ਹਾਂ। ਦੋਏ ਰਾਹ ਚਲਾਏ ਹੁਕਮ ਸਬਾਏ, ਸਾਰਿਆਂ ਉੱਤੇ ਤੁਹਾਡਾ ਹੁਕਮ ਹੈ ਜੀ। ਜਨਮ ਮੁਆ ਸੰਸਾਰਾ, ਜਿਹੜਾ ਮਾੜੇ ਰਾਹ 'ਤੇ ਤੁਰਿਆ ਹੋਇਆ ਉਹ ਜਨਮ ਗਵਾ ਕੇ ਚਲਾ ਜਾਂਦਾ ਹੈ। ਨਾਮ ਬਿਨਾ ਨਾਹੀ ਕੋ ਬੇਲੀ, ਬੇਖਲਾਦੀ ਸਿਰ ਭਾਰਾ। ਜੇ ਨਾਮ ਨਹੀਂ ਮਨ ਦੇ ਵਿੱਚ ਵਸਿਆ ਤੇ ਸਿਰ ਤੇ ਜ਼ਹਿਰ ਦਾ ਭਾਰ ਹੀ ਪਏਗਾ ਜੀ। ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ, ਨਾਨਕ ਸਾਹਿਬ ਸ਼ਬਦ ਸਿਆਪੈ, ਸਾਚਾ ਸਿਰਜਣਹਾਰਾ। ਹੁਕਮ ਦੇ ਵਿੱਚ ਹੀ ਅਸੀਂ ਆਏ ਹਾਂ, ਪਰ ਅਸੀਂ ਹੁਕਮ ਨੂੰ ਨਹੀਂ ਬੁੱਝਦੇ, ਕਿਉਂਕਿ ਜੇ ਬੁੱਝ ਲਾਂਗੇ ਤੇ ਪਤਾ ਲੱਗ ਜਾਏਗਾ ਹੁਕਮ ਹੀ ਸਾਨੂੰ ਸਵਾਰੇਗਾ, ਹੋਰ ਕੁਛ ਨਹੀਂ ਸਵਾਰ ਸਕਦਾ। ਨਾਨਕ ਸਾਹਿਬ ਸ਼ਬਦ ਸਿਆਪੈ, ਸਿਆਪੈ ਦਾ ਮਤਲਬ ਸ਼ਬਦ ਦੀ ਪਛਾਣ ਕਰੀਏ, ਸ਼ਬਦ ਨੂੰ ਸਮਝੀਏ। ਸਾਚਾ ਸਿਰਜਣਹਾਰਾ, ਜਿਹੜਾ ਸ਼ਬਦ ਸੱਚੇ ਪ੍ਰਭੂ ਨਾਲ ਮਿਲਾਪ ਕਰਾਉਗਾ ਜੀ। ਭਗਤ ਸੁਹੈ ਦਰਬਾਰ, ਸ਼ਬਦ ਸੁਹਾਇਆ ਜੀਓ, ਬੋਲੇ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ। ਪ੍ਰਭੂ ਜੀ ਦੇ ਭਗਤ ਪ੍ਰਭੂ ਜੀ ਦੇ ਦਰਬਾਰ ਦੇ ਵਿੱਚ ਤਾਂ ਸੁਣਦੇ ਆ ਜੇ ਮੁਖ ਤੋਂ ਉਹ ਸ਼ਬਦ ਨੂੰ ਬੋਲਣ। ਸ਼ਬਦ ਸੁਹਾਇਆ ਜੀਓ, ਸ਼ਬਦ ਸੋਹਣਾ ਕਰਦਾ ਹੈ। ਬੋਲੇ ਹੈ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ, ਉਹ ਸਿਰਫ ਔਰ ਸਿਰਫ ਮਿੱਠੇ ਬਚਨ ਬੋਲਦੇ ਨੇ, ਅੰਮ੍ਰਿਤ ਬੋਲੀ ਬੋਲਦੇ ਨੇ। ਉਹਨਾਂ ਦੀ ਰਸਨਾ ਪ੍ਰਭੂ ਦੇ ਰੰਗ ਦੇ ਵਿੱਚ, ਪ੍ਰਭੂ ਦੇ ਰਸ ਵਿੱਚ ਰੰਗੀਚੀ ਹੁੰਦੀ ਹੈ ਜੀ। ਰਸਨ ਰਸਾਏ ਨਾਮ ਤਿਸਾਏ, ਗੁਰ ਕੈ ਸ਼ਬਦ ਵਿਕਾਣੇ, ਪਾਰਸ ਪਰਸੈ ਪਾਰਸ ਹੋਏ, ਜਾ ਤੇਰੇ ਮਨ ਪਾਣੀ। ਐਸੇ ਭਗਤਾਂ ਨੂੰ ਰਸਨ ਰਸਾਏ, ਰਸ ਰੱਸੀ ਰਹਿੰਦੀ ਹੈ ਉਹਨਾਂ ਦੀ ਜੇਬਾ, ਅਨ ਰਸ ਦੇ ਵਿੱਚ ਨਹੀਂ ਪੈਂਦੀ। ਰਸਨ ਰਸਾਏ ਨਾਮ ਤਿਸਾਏ, ਸਿਰਫ ਨਾਮ ਦੀ ਤ੍ਰਿਸ਼ਨਾ, ਨਾਮ ਦੀ ਹੀ ਭੁੱਖ, ਨਾਮ ਦੀ ਹੀ ਪਿਆਸ। ਗੁਰ ਕੈ ਸ਼ਬਦ ਵਿਕਾਣੇ, ਉਹ ਵਿਕ ਜਾਂਦੇ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਪਾਰਸ ਪਰਸੈ ਪਾਰਸ ਹੋਏ, ਜਾ ਤੇਰੇ ਮਨ ਪਾਣੇ। ਤੇਰੇ ਦਰਸ਼ਨ ਕੀਤਿਆਂ ਤੇਰੇ ਵਰਗੇ ਹੋ ਜਾਾਂਗੇ, ਪਾਰਸ ਨੂੰ ਪਰਸਦਿਆਂ ਪਾਰਸ ਵਰਗੇ ਹੋ ਜਾਾਂਗੇ ਪ੍ਰਭੂ ਜੀ। ਪਰ ਜੇ ਤੁਹਾਡੇ ਮਨ ਨੂੰ ਚੰਗੇ ਲਗਾਂਗੇ ਤਾਂ ਇਹ ਬਿਦ ਮਿਲਣੀ ਹੈ ਜੀ। ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ, ਨਾਨਕ ਭਗਤ ਸੁਹਨ ਦਰ ਸਾਚੈ, ਸਾਚੇ ਕੇ ਵਾਪਾਰੀ। ਅਮਰਾ ਪਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਮੌਤ ਤੋਂ ਪਰਾਂ ਦਾ, ਮੌਤ ਦਾ ਡਰ ਨਹੀਂ ਰਹਿੰਦਾ, ਆਪਣਾ ਆਪ ਗਵਾ ਲੈਂਦੇ। ਐਸੇ ਵਿਰਲੇ ਹੁੰਦੇ ਨੇ ਗਿਆਨ ਦੀ ਵਿਚਾਰ ਕਰਨ ਵਾਲੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਕਿ ਸੱਚੇ ਦੇ ਦਰ ਤੇ ਭਗਤ ਹੀ ਸੋਹਣੇ ਲੱਗਦੇ ਨੇ, ਕਿਉਂਕਿ ਉਹ ਸੱਚ ਦੀ ਵਪਾਰ ਕਰਨ ਵਾਸਤੇ ਆਏ ਹੁੰਦੇ ਨੇ ਜੀ। ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾਜਿਓ, ਸਤਿਗੁਰ ਪੁੱਛੋ ਜਾਏ, ਨਾਮ ਧਿਆਏ ਸਾਜਿਓ। ਇਹ ਆਥ ਲਵ ਆਥਣ ਤੋਂ ਬਣਿਆ। ਆਥਣ ਦਾ ਮਤਲਬ ਹਨੇਰਾ, ਹਨੇਰੇ ਦਾ ਮਤਲਬ ਮਾਇਆ। ਸਾਨੂੰ ਸੱਚੀ ਮੁੱਚੀ ਭੁੱਖ ਤੇ ਪਿਆਸ ਦੀ ਮਾਇਆ ਚਿੰਬੜੀ ਹੋਈ ਹੈ। ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾਂ ਜੀਓ, ਮੈਂ ਕਿਵੇਂ ਗੁਰੂ ਦੇ ਦਰ ਤੇ ਪਹੁੰਚਾਂਗੀ। ਸਤਿਗੁਰ ਪੁੱਛੋਂ ਜਾਏ, ਨਾਮ ਧਿਆਏ ਸਾਂ ਜੀਓ। ਜੇ ਗੁਰੂ ਨੂੰ ਪੁੱਛੀਏ ਤੇ ਫਿਰ ਗੁਰੂ ਕਹਿੰਦੇ ਇੱਕੋ ਇੱਕ ਰਸਤਾ ਹੈ, ਪ੍ਰਭੂ ਦਾ ਨਾਮ ਧਿਆਇਆ ਜਾਏ ਜੀ। ਸਚ ਨਾਮ ਧਿਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ, ਦੀਨਾ ਨਾਥ ਦਇਆਲ ਨਿਰੰਜਨ, ਅਨ ਦਿਨ ਨਾਮ ਵਖਾਣਾ। ਸੱਚ ਨਾਮ ਧਿਆਈ, ਸਾਚ ਚਵਾਈ, ਹਿਰਦੇ ਤੋਂ ਧਿਆਉਣਾ ਤੇ ਮੁਖ ਤੋਂ ਚਵਣਾ ਬੋਲਣਾ। ਗੁਰਮੁਖ ਸਾਚ ਪਛਾਣਾ, ਗੁਰੂ ਦੇ ਸਨਮੁਖ ਰਹਿਣਾ
ਸੱਚੇ ਦੀ ਪਛਾਣ ਕਰਨਾ ਤੇ ਇਹ ਜਾਣ ਲੈਣਾ ਦੀਨਾਨਾਥ, ਉਹ ਦੀਨਾ ਦੇਖਣ ਵਾਲਾ, ਦੇਣ ਵਾਲਾ ਵੀ ਹੈ, ਨਾਥ ਹੈ, ਖਸਮ ਹੈ, ਦਇਆਲ ਹੈ, ਮਾਇਆ ਤੋਂ ਨਿਰਲੇਪ ਨਿਰੰਜਨ ਹੈ। ਅਨਦਿਨ ਨਾਮ ਵਖਾਣਾ, ਉਹਦਾ ਨਾਮ ਰਾਤ ਦਿਨ ਚੇਤੇ ਕਰੀਏ ਜੀ। ਕਰਨੀ ਕਾਰ ਤੁਰੋ ਫੁਰਮਾਈ, ਆਪ ਮੁਆ ਮਨ ਮਾਰੀ, ਨਾਨਕ ਨਾਮ ਮਹਾ ਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਇਹ ਤੇ ਪ੍ਰਭੂ ਦੀ ਕਰਨੀ ਕਾਰ ਹੈ ਜਿਹੜੀ ਧੁਰੋਂ ਹੀ ਫਰਮਾਈ ਹੋਈ ਹੈ, ਧੁਰੋਂ ਹੀ ਮਸਤਕ ਤੇ ਗੁਰਮੁਖਾਂ ਦੇ ਭਗਤਾਂ ਦੇ ਲਿਖਿਆ ਹੋਏਗਾ, ਜਿਹੜਾ ਆਪਣੇ ਆਪ ਮੈਂ ਨੂੰ ਮਾਰ ਲੈਣਗੇ ਤੇ ਮਨ ਨੂੰ ਮਾਰ ਕੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲੈਣਗੇ। ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰ ਨਾ ਹੋਈ, ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਇਹ ਪ੍ਰਭੂ ਦਾ ਮਹਾਰਸ ਨਾਮ ਹੀ ਮਿੱਠਾ ਹੈ, ਜਿਹੜੀ ਹਰ ਤਰ੍ਹਾਂ ਦੀ ਤ੍ਰਿਸ਼ਨਾ ਦਾ ਨਿਵਾਰਨ, ਦੁੱਖਾਂ ਦਾ ਨਿਵਾਰਨ ਕਰਨ ਵਾਲਾ ਹੈ ਜੀ। ਧੰਨਵਾਦ ਹੈ ਜੀ ਆਪ ਸਾਰੀਆਂ ਸੰਗਤਾਂ ਦਾ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਧੰਨਵਾਦ ਹੈ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਦਾ। ਗੁਰੂ ਸਾਹਿਬ ਮਿਹਰ ਕਰਨ ਜੀ, ਇਸੇ ਰੂਪ ਦੇ ਵਿੱਚ ਅਸੀਂ ਬਾਣੀ ਨੂੰ ਵਿਚਾਰ ਸਕੀਏ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।